May you be blessed as you listen to the preaching of God's word. There are many surveys that have been done, research that's been done. बहुत सारी खोज की गई है. And all these studies, ये ਜਿਹੜੇ ਕੋਈ ਖੋਜ ਕੀਤੀ ਗਈ ਹੈ and there are ਸਾਰੀਆਂ, hundreds of them, ਬਹੁਤ ਸਾਰੀਆਂ ਹਨ ਸਾਵਾਂ ਦੇ ਹਿਸਾਬ ਨਾਲ. have shown that if you have good relationships, ਜੇ ਤੁਹਾਡਾ ਸਹੀ ਰਿਸ਼ਤਾ ਹੈ, you'll be a happier and a healthier person. ਫਿਰ ਤੁਸੀਂ ਖੁਸ਼ ਤੇ ਬਹੁਤ ਹੈਲਥੀ ਹੋਵੋਗੇ, ਸਰੀਰ ਵੀ ਚੰਗਾ ਹੋਊਗਾ. You'll be happier and healthier more than even having fame and money. ਪੈਸੇ ਨਾਲੋਂ, ਮਸ਼ਹੂਰਤਾ ਨਾਲੋਂ, ਸ਼ਾਨ ਸ਼ੌਹਰਤ ਨਾਲੋਂ ਜ਼ਿਆਦਾ ਤੁਸੀਂ ਆਨੰਦ ਹੋਵੋਗੇ ਜੇ ਤੁਸੀਂ ਤੁਹਾਡੇ ਕੋਲ ਖੁਸ਼ ਹੈਗੇ ਆ. These are facts ਇਹ ਅਸਲੀਅਤ ਹੈ. supported by research. ਇੱਕ ਖੋਜ ਕੀਤੀ ਗਈ ਹੈਗੀ ਆ, ਉਹਦੇ ਪਿੱਛੇ ਇਹ ਹੈਗੀ ਆ. Research has shown that people who have good relationships, ਜਿਨ੍ਹਾਂ ਦਾ ਰਿਸ਼ਤਾ ਅੱਛਾ ਹੈਗਾ, they live longer, ਔਰ ਲੰਬੀ ਉਮਰ ਹੁੰਦੀ ਉਹਨਾਂ ਦੀ, they have better mental health, ਉਹਨਾਂ ਦਾ ਦਿਮਾਗ ਵੀ ਸਹੀ ਰਹਿੰਦਾ, and they experience less cognitive decline as they age. ਜਿਸ ਤਰ੍ਹਾਂ ਉਹ ਸਿਆਣੇ ਹੁੰਦੇ ਹੈ ਜਾਂ ਅੰਦੇ ਹੈਗੇ ਆ, ਉਹਨਾਂ ਦੀ ਜਿਹੜੀ ਮਨ ਦੀ ਇੱਛਾ ਹੈਗੀ ਆ ਉਹ ਵੀ ਘਟਦੀ ਜਾਂਦੀ ਹੈ. So in summary, good relationships ਜਿਹੜਾ ਅੱਛਾ ਰਿਸ਼ਤਾ ਹੈ, means lower stress, healthier emotional well-being, ਸਾਰਾ ਵਿੱਚ ਸਭ ਕੁਝ ਉਹਦਾ ਸਰੀਰਕ ਤੌਰ ਤੇ ਵੀ, ਮਨ ਦੇ ਦਿਮਾਗ ਦੇ ਵਿੱਚ ਵੀ ਸਭ ਕੁਝ and lower risk of early death. Lower risk of early death. ਉਹਨਾਂ ਦਾ ਜਿਹੜਾ ਮੌਤ ਹੈਗੀ ਆ ਉਹ ਵੀ ਛੇਤੀ ਨਹੀਂ ਹੁੰਦੀ. And you biologically age slower. ਜਿਹੜੀ ਤੁਹਾਡੀ ਉਮਰ ਹੈਗੀ ਆ ਉਹ ਵੀ ਹੌਲੀ ਹੌਲੀ, ਯਾਨੀ ਕਿ ਬੁਢਾਪਾ ਜਿਹੜਾ ਹੌਲੀ ਹੌਲੀ ਵੱਧਦਾ. Now, we all desire harmonious relationships. ਅਸੀਂ ਸਾਰੇ ਦੇ ਸਾਰੇ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਆਪਸ ਵਿੱਚ ਰਿਸ਼ਤਾ ਹੈਗਾ ਆ ਬਹੁਤ ਖੁਸ਼ਹਾਲ ਹੋਵੇ. But we find them very difficult to achieve. ਮੁਸ਼ਕਿਲ ਹੈਗਾ ਕਿ ਇਹ ਸਾਡੇ ਲਈ ਪ੍ਰਾਪਤ ਹੋ ਜਾਵੇ. We find ourselves in conflicts. We find there's tensions. ਹਰ ਵੇਲੇ ਟੈਨਸ਼ਨ ਰਹਿੰਦੀ ਹੈ, ਹਰ ਵੇਲੇ ਅਸੀਂ ਇੱਕ ਦੂਸਰੇ ਨਾਲ ਲੜਾਈ ਝਗੜਾ ਕਰਦੇ We find there's arguments. We find there's friction. ਹਾਂ ਕਿ ਉੱਥੇ ਜੁਦਾਈ ਹੁੰਦੀ ਹੈ, ਉੱਥੇ ਹਰ ਵੇਲੇ ਬਹਿਸ ਹੁੰਦੀ ਹੈ, Which leads to, obviously, stress, high blood pressure. ਬਲੱਡ ਪ੍ਰੈਸ਼ਰ ਹੋ ਜਾਂਦਾ ਹੈਗਾ ਆ, ਸਟ੍ਰੈਸ ਹੋ ਜਾਂਦੀ ਹੈ, And it affects our minds and it affects our bodies. ਸਰੀਰ ਤੇ ਵੀ ਅਸਰ ਪੈਂਦਾ, ਮਨ ਤੇ ਵੀ ਅਸਰ ਪੈਂਦਾ. Now, in the letter James has written, ਜਿਹੜਾ ਯਾਕੂਬ ਨੇ ਖਤ ਲਿਖਿਆ ਹੈ, we've seen that it was written to Christians who are suffering. ਉਹਨਾਂ ਵਿਸ਼ਵਾਸੀਆਂ ਲਈ ਲਿਖਿਆ ਗਿਆ ਸੀਗਾ ਜਿਹੜੇ ਦੁੱਖ ਦੇ ਵਿੱਚ ਜਾਂਦੇ They're ਸੀ. being persecuted for their faith. ਵਿਸ਼ਵਾਸ ਦੇ ਕਾਰਨ ਉਹ ਵਿਪਤਾ ਦੇ ਵਿੱਚ ਸੀ. We also have seen that the poor were often oppressed by the rich. ਤੇ ਖਾਸ ਕਰਕੇ ਜਿਹੜੇ ਅਮੀਰ ਲੋਕ ਸੀਗੇ ਉਹੋ ਹੀ ਉਹਨਾਂ ਨੂੰ ਦੁਬਾਰ ਪਾਉਂਦੇ ਸੀ ਉਹਨਾਂ ਤੇ. But it was also written because there were conflicts ਉਹ ਇੱਕ ਖਤ ਇਸ ਕਰਕੇ ਵੀ ਲਿਖਿਆ ਸੀਗਾ ਕਿ ਮੰਡਲੀ ਦੇ ਵਿੱਚ ਜਿਹੜੀ ਹੈ ਝਗੜੇਬਾਜ਼ੀ ਹੁੰਦੀ, within the church, in their relationships with each other. ਮੰਡਲੀ ਦੇ ਵਿੱਚ ਜਿਹੜਾ ਰਿਸ਼ਤਾ ਸੀਗਾ ਉਹਨਾਂ ਦੇ ਵਿੱਚ ਲੜਾਈ ਝਗੜੇ ਹੁੰਦੇ ਸੀ. And things were not entirely harmonious. And we'll see more of this in chapter 4. ਚੌਥੇ ਚੈਪਟਰ ਦੇ ਵਿੱਚ ਦੇਖਾਂਗੇ ਕਿ ਉਸ ਮੰਡਲੀ ਦੇ ਵਿੱਚ ਲੜਾਈ ਝਗੜੇ ਸੀਗੇ, ਪਰ ਉਹ ਉਹਨਾਂ ਦੇ ਵਿੱਚ ਇਸਲਾਹ ਨਹੀਂ ਸੀ ਇੱਕ ਦੂਸਰੇ But ਦੀ. last week we saw ਪਿਛਲੇ ਹਫਤੇ ਦੇਖਿਆ ਸੀ from chapter 3 and verse 1, ਤੀਸਰਾ ਅਧਿਆਇ James ਪੜ੍ਹਿਆ, says, let not many of you desire to be teachers, ਉਹਨੇ ਇਹ ਕਿਹਾ ਸੀਗਾ ਤੁਹਾਡੇ ਚੋਂ ਬਹੁਤ ਸਾਰੇ ਸਿੱਖਿਆ ਦੇਣ ਵਾਲੇ ਨਾ ਹੋਣ, because you'll have a stricter judgment. ਕਿਉਂਕਿ ਤੁਹਾਡੇ ਤੇ ਸਖਤ ਸਜ਼ਾ ਹੋਣੀ ਹੈਗੀ ਆ. And then he talks about the tongue in verse 2 to verse 12. 2 ਤੋਂ 12 ਤਾਈਂ ਫਿਰ ਜੀਵ ਦੀ ਗੱਲ ਹੁੰਦੀ ਆ. And when you teach, you use words. ਜਿਸ ਵੇਲੇ ਜਦੋਂ ਲਫ਼ਜ਼ ਬੋਲਦੇ ਹੈਗੇ ਤਾਂ ਉਹਨੂੰ ਇਸਤੇਮਾਲ ਕਰਦੇ. And what he's saying, look, words are not enough. ਉਹ ਕਹਿੰਦਾ ਕਿ ਜਿਹੜੇ ਲਫ਼ਜ਼ ਅਸੀਂ ਇਸਤੇਮਾਲ ਕਰਦੇ ਆ ਉਹ ਕਾਫੀ ਨਹੀਂ You know, ਹੈ, we show wisdom through words. ਪਰ ਜਿਹੜਾ ਬੁੱਧ ਹੈਗੀ ਆ ਅਸੀਂ ਲਫ਼ਜ਼ਾਂ ਦੇ ਦੁਆਰਾ ਦਿਖਾਉਂਦੇ ਆ. But real wisdom ਜਿਹੜੀ ਅਸਲੀ ਬੁੱਧ ਹੈ, doesn't just come through words, but through your conduct. ਜਿਹੜੀ ਤੁਹਾਡੀ ਚਾਲ ਹੈਗੀ ਆ, ਅਸਲੀ ਬੁੱਧ ਉਹਦੇ ਦੁਆਰਾ ਆਉਂਦੀ ਹੈ, ਲਫ਼ਜ਼ਾਂ ਦੁਆਰਾ The ਨਹੀਂ. gift of teaching and preaching is not enough. ਜਿਹੜੇ ਪ੍ਰਚਾਰ ਕਰਨਾ, ਜਾ ਕੇ ਸੁਣਨਾ ਹੈਗਾ, ਜਾ ਕੇ ਕਿਸੇ ਨੂੰ ਦੱਸਣਾ, ਉਹ ਕਾਫੀ ਨਹੀਂ ਹੈ. Look at verse 13. 13 ਦੇਖੋ, Who is wise and understanding among you? Look, you're wise, you teach, you preach, you have wise words. ਉਹ ਕਹਿੰਦਾ ਕਿ ਤੁਹਾਡੇ ਕੋਲ ਸਭ ਬੁੱਧ ਵਾਲੇ ਲਫ਼ਜ਼ ਹੈਗੇ ਆ, ਤੁਸੀਂ ਬੁੱਧੀਮਾਨ ਨੂੰ ਸਿਖਾਉਂਦੇ ਹੋਗੇ, ਤੁਹਾਡੀ ਅਸਲੀ ਸਿੱਖਿਆ But ਦਿੰਦੇ that ਹੋ, is not where true wisdom lies. ਪਰ ਬੁੱਧ ਇੱਥੇ ਨਹੀਂ ਹੈਗੇ ਨਾ ਲਫ਼ਜ਼ਾਂ ਦੇ Let him ਵਿੱਚ. show by good conduct that his works are done in the meekness of wisdom. ਬੁੱਧ ਦੇ ਵਿੱਚ, ਹਲੀਮੀ ਦੇ ਵਿੱਚ ਜੋ ਅਸੀਂ ਵਚਨ ਬੋਲਦੇ ਹੈਗੇ ਆ, ਉਹਨਾਂ ਦੇ ਦੁਆਰਾ ਜਿਹੜੇ ਉਹ ਦਿਖਾਇਆ ਜਾਵੇ. Teaching and preaching can be done out of wrong motive. ਹੋ ਸਕਦਾ ਕਿ ਜਿਹੜਾ ਪ੍ਰਚਾਰ ਕਰਨਾ, ਸਿੱਖਿਆ ਦੇਣੀ ਹੈਗੀ ਆ, ਹੋ ਸਕਦਾ ਕਿ ਸਾਡੀ ਜਿਹੜੀ ਉਹਦੇ ਪਿੱਛੇ ਖਿਆਲ ਹੈਗੇ ਉਹ ਗਲਤ ਹੋਣ. It can be done for pride reasons.
ਹੋ ਸਕਦਾ ਕਮਾਂਡ ਹੋਵੇ ਸਾਡੇ ਵਿੱਚ There ਕਰਨ can ਦਾ, be jealousies. There can be conflict. ਹੋ ਸਕਦਾ ਕਿ ਬਹਿਸ ਹੋਵੇ ਜਾਂ ਕਿ ਕਿਸੇ ਦੇ ਨਾਲ ਜੈਲਸੀ ਹੋਵੇ। It needs to be portrayed in your conduct. ਜ਼ਰੂਰ ਹੈ ਕਿ ਜਿਹੋ ਜਿਹੇ ਅਸੀਂ ਜੀਵਨ ਗੁਜ਼ਾਰਦੇ ਹੈਗੇ ਉਹਦੇ ਦੁਆਰਾ ਸਭ ਕੁਝ ਦਿਖਾਇਆ ਜਾਵੇ। There's conflict everywhere in the world at the moment. ਦੁਨੀਆ ਦੇ ਵਿੱਚ ਲੜਾਈ ਝਗੜੇ ਬਹੁਤ ਹੋ ਰਹੇ ਆ। There's conflict between nations. ਕੌਮਾਂ ਦੇ ਵਿੱਚ ਲੜਾਈ ਝਗੜੇ ਹੋਏ ਆ। There can be conflict between different racial groups and different cultures. ਤੇ ਹੋ ਸਕਦਾ ਸਮਾਜ ਫਰਕ ਹੋਣ ਜਾਂ ਕਿ ਉਹਨਾਂ ਦੀ ਪਿਛਾੜਾ ਜਿਹੜਾ ਹੈਗਾ ਉਹ ਫਰਕ There can ਹੋਵੇ। be conflict in our places of work. ਕੰਮ ਦੇ ਉੱਤੇ ਫਰਕ ਹੋਵੇ। There can be conflict in society. ਸਮਾਜ ਦੇ ਵਿੱਚ ਝਗੜਾ ਹੋਵੇ। There can be conflict in our homes. ਘਰਾਂ ਦੇ ਵਿੱਚ ਲੜਾਈ ਝਗੜੇ ਹੋਣ। And sadly, there can even be conflict in the church that destroys harmony and unity. ਦੁੱਖ ਦੀ ਗੱਲ ਹੈ ਕਿ ਮੰਡਲੀਆਂ ਦੇ ਵਿੱਚ ਵੀ ਲੜਾਈ ਝਗੜੇ ਹੁੰਦੇ ਆ ਜਿਹਦੇ ਦੁਆਰਾ ਜਿਹੜੀ ਏਕਤਾ ਹੈਗੀ ਆ ਜਾਂ ਕਿ ਰਲ ਮਿਲ ਕੇ ਰਹਿਣਾ ਖੁਸ਼ੀ ਦੇ ਨਾਲ ਉਹ My ਨਹੀਂ sister ਹੁੰਦਾ। phoned me the other day. My sister phoned me the other day. ਇੱਕ ਦਿਨ ਇਹਨਾਂ ਦੀ ਭੈਣ ਨੇ ਫੋਨ ਕੀਤਾ And she told me about someone we know. They're Chopras like us. ਇਹਨਾਂ ਦੇ ਪਰਿਵਾਰ ਚੋਂ ਕਿਸੇ ਦੀ ਗੱਲ ਕੀਤੀ। The Chopras are known not to be harmonious people. ਇਹਨਾਂ ਦਾ ਗੋਤ ਜਿਹੜਾ ਚੋਪੜੇ ਹੈਗਾ ਆ ਕਿ ਉਹ ਕਹਿੰਦੇ ਚੋਪੜੇ ਜਿਹੜੇ ਰਲ ਮਿਲ ਕੇ ਨਹੀਂ ਰਹਿਣ In ਵਾਲੇ। India, in our village, the Chopras have a really bad reputation. ਇੰਡੀਆ ਦੇ ਵਿੱਚ ਇਹਨਾਂ ਦਾ ਨਾਮ ਬਦਨਾਮ ਹੋ ਚੁੱਕਾ ਹੈਗਾ They're ਚੋਪੜੇ। known to be contentious and they fight a lot. ਹਰ ਵੇਲੇ ਗੁੱਸੇ ਨਾਲ ਭਰੇ ਰਹਿੰਦੇ ਤੇ ਲੜਾਈ ਝਗੜੇ ਕਰਦੇ ਰਹਿੰਦੇ ਆ। But with this particular family, they're not believers. ਇਹ ਵਿਸ਼ਵਾਸੀ ਨਹੀਂ ਹੈਗਾ ਇਹ ਪਰਿਵਾਰ ਜਿਹੜਾ ਹੈਗਾ। The mother died, ਮਾਂ ਮਰ ਗਈ। and now there is dispute over the family home. ਹੁਣ ਜਿਹੜਾ ਘਰ ਹੈਗਾ ਆ ਉਹਦੇ ਤੇ ਝਗੜਾ ਕਰਦੇ ਕਿਹਦਾ ਹੋਣਾ I ਚਾਹੀਦਾ। don't know all the details, ਸਾਰੇ ਦੇ ਸਾਰੇ ਤਾਂ ਨਹੀਂ ਪਤਾ। but the eldest sibling is taking all her other siblings to court over the house. ਜਿਹੜਾ ਸਭ ਤੋਂ ਵੱਡਾ ਮੁੰਡਾ ਹੈਗਾ ਆ ਜਾਂ ਸਭ ਤੋਂ ਵੱਡਾ ਮੁੰਡਾ ਜਿਹੜਾ ਹੈਗਾ ਆ ਉਹ ਸਾਰੇ ਪਰਿਵਾਰ ਨੂੰ ਕੋਰਟ ਦੇ ਵਿੱਚ ਲਿਜਾ ਰਿਹਾ ਹੈਗਾ ਫੈਸਲਾ ਕਰਨ And ਕਿ there ਮੇਰਾ are ਹੋਵੇ। massive tensions in the family and conflict. ਉਸ ਪਰਿਵਾਰ ਦੇ ਵਿੱਚ ਲੜਾਈ ਝਗੜਾ ਬਹੁਤ ਹੈਗਾ ਆ। So the question is, can harmony exist? ਕੀ ਇਹ ਜਿਹੜੇ ਕਿ ਏਕਤਾ ਦੇ ਵਿੱਚ ਹੋ ਕੇ ਰਹਿਣਾ ਕਿ ਇਹ ਹੈ? Is harmony possible? ਕੀ ਹੋ ਸਕਦਾ? Now in this passage, ਇਸ ਲਿਖਤਾਂ ਦੇ ਵਿੱਚ James talks about two types of wisdom. ਦੋ ਤਰ੍ਹਾਂ ਦੀ ਬੁੱਧ ਦੇ ਬਾਰੇ ਗੱਲ ਕਰਦਾ। There's an earthly wisdom. ਇੱਕ ਜਿਹੜੀ ਦੁਨੀਆ ਤੋਂ ਮਿਲਦੀ ਹੈ ਬੁੱਧ। He mentions that in verse 15. 15 ਆਇਤ ਦੇ ਵਿੱਚ ਲਿਖਿਆ ਹੋਇਆ। And that which leads to conflict ਜਿਹਦੇ ਦੁਆਰਾ ਲੜਾਈ ਝਗੜੇ ਹੁੰਦੇ ਆ। and every type of evil, verse 16. 16ਵੀਂ ਆਇਤ ਵਿੱਚ ਦਿੱਤਾ ਕਿ ਉਸ ਬੁੱਧ ਤੋਂ ਸਾਰੀ ਬੁਰਾਈ ਆਉਂਦੀ But ਹੈ। also there is a heavenly wisdom, ਤੇ ਇੱਕ ਬੁੱਧ ਹੈਗੀ ਜਿਹੜੀ ਸਵਰਗੋਂ ਆਉਂਦੀ which comes from above, verse 17. 17ਵੀਂ ਆਇਤ ਦੇ ਮੁਤਾਬਕ ਉੱਤੋਂ And ਆਉਂਦੀ it ਹੈ। leads to peace. It tells us that in verse 18. 18ਵੀਂ ਆਇਤ ਦੱਸਦੀ ਹੈ ਕਿ ਉਹਦੇ ਦੁਆਰਾ ਸ਼ਾਂਤੀ ਹੁੰਦੀ ਹੈ। So what I want to do is look at these two types of wisdom. ਇਹ ਜਿਹੜੀ ਦੋ ਤਰ੍ਹਾਂ ਦੀ ਬੁੱਧ ਹੈਗੀ ਇਹਦੇ ਬਾਰੇ ਦੇਖਣਾ। So first of all, ਪਹਿਲੀ ਗੱਲ we look at the earthly wisdom. ਦੁਨੀਆ ਦੀ ਜਿਹੜੀ ਬੁੱਧ ਹੈਗੀ ਉਹ That's in ਦੇਖਾਂਗੇ। verse 14 through to 16. 14 ਤੋਂ 16 ਆਇਤ ਦੇ ਵਿੱਚ Now, ਦੇਖਦੇ ਹਾਂ। James in verse 13 ਯਕੂਬ 13 ਆਇਤ ਦੇ ਵਿੱਚ has mentioned here that it's not just our words, our teaching that teaches wisdom, but also it's our conduct. ਯਕੂਬ ਇਹ ਕਹਿੰਦਾ ਕਿ ਹਾਂ ਕਿ ਜਿਹੜੇ ਅਸੀਂ ਲਫ਼ਜ਼ ਬੋਲਦੇ ਆ ਉਹਨਾਂ ਦੇ ਦੁਆਰਾ ਨਹੀਂ ਪਰ ਜੋ ਅਸੀਂ ਜੀਵਨ ਗੁਜ਼ਾਰਦੇ ਇਸ ਤਰ੍ਹਾਂ ਦਾ ਉਹਦੇ ਦੁਆਰਾ ਜਿਹੜੀ ਬੁੱਧ ਦਿਖਾਈ ਜਾਣੀ It then goes on to talk about earthly wisdom and heavenly wisdom. ਫਿਰ ਉਹ ਗਾਹਾਂ ਗੱਲ ਕਰਦਾ ਹੈਗਾ ਆ ਧਰਤੀ ਦੀ ਦੁਨੀਆ ਦੀ ਜਿਹੜੀ ਬੁੱਧ ਹੈਗੀ ਆ ਤੇ ਸਵਰਗ ਦੀ ਬੁੱਧ। So firstly he talks about earthly wisdom. ਪਹਿਲੀ ਗੱਲ ਕਰਾਂਗੇ ਕਿ ਜਿਹੜੀ ਦੁਨੀਆ ਦੀ ਹੈ। Now there's a list of things here. ਇੱਥੇ ਕਈ ਗੱਲਾਂ ਲਿਖੀਆਂ ਹੋਈਆਂ ਹਨ। I will look at them briefly. ਥੋੜੀਆਂ ਗੱਲਾਂ ਦੇਖਾਂਗੇ। And these things ruin relationships. ਇਹਨਾਂ ਗੱਲਾਂ ਦੇ ਕਾਰਨ ਜਿਹੜੇ ਰਿਸ਼ਤੇ ਟੁੱਟਦੇ ਹਨ। And they cause conflict. ਫਿਰ ਲੜਾਈ ਝਗੜੇ ਹੁੰਦੇ ਹਨ। And some of them may resonate. You won't remember them all, but some of them may resonate with us. ਹੋ ਸਕਦਾ ਕਿ ਇੱਥੇ ਮੰਡਲੀ 'ਚ ਸੀਗੇ ਪਰ ਸਾਡੇ ਵਿੱਚ ਵੀ ਹੋ ਸਕਦੇ ਹਨ। Look at verse 14. 14ਵੀਂ ਦੇਖੋ। But if you have bitter envy, ਪਰ ਜੇ ਤੁਸੀਂ ਆਪਣੇ ਦਿਲ ਵਿੱਚ ਤਿੱਖੀ ਅਣਖ bitter envy. ਤਿੱਖੀ ਅਣਖ ਆਪਣੇ ਮਨ 'ਚ The ਰੱਖੀ ਹੋਈ ਹੈ। best example I can think of bitter envy envy in the Bible is the case of Saul, King Saul in the Old Testament. ਪੁਰਾਣੇ ਨਿਯਮ ਦੇ ਵਿੱਚ ਅਸੀਂ ਸੌਲ ਦਾ ਜੀਵਨ ਦੇ ਸਕਦੇ ਜਿਹੜਾ ਰਾਜਾ ਸੀਗਾ ਉਹਦੇ He ਜੋ ਜੀਵਨ was ਸੀ। the king of Israel, ਇਜ਼ਰਾਈਲ ਦਾ ਰਾਜਾ ਸੀ। and then David was a shepherd boy. ਤੇ ਦੌੜ ਜਿਹੜਾ ਸੀਗਾ ਉਹ ਚਰਵਾਹਾ ਸੀਗਾ। And this shepherd boy comes and defeats this giant, 9 foot tall giant called Goliath. ਫਿਰ ਦਾਊਦ ਕੀ ਕਰਦਾ ਆਉਂਦਾ ਹੈਗਾ ਆ ਜਿਹੜਾ 9 ਸਾਲ ਦਾ ਗੋਲ ਗਲਾਇਤ ਸੀਗਾ ਉਹ 9 ਫੁੱਟ ਦਾ
ਉਹਨੂੰ ਹਰਾ ਦਿੰਦਾ। And the people started to sing. ਤੇ ਲੋਕੀ ਜਿਹੜੇ ਸੀਗੇ ਦੌਦਾਗਰ ਗੀਤ ਗਾਉਣ ਲੱਗ Saul ਪਏ। has slain thousands, but David has slain 10,000. ਸੌਲ ਨੇ ਹਜ਼ਾਰਾਂ ਨੂੰ ਮਾਰਿਆ, ਪਰ ਦੌਦ ਨੇ ਹਜ਼ਾਰਾਂ ਦੇ ਹਿਸਾਬ ਨਾਲ ਮਾਰਿਆ। And this unsettled David. Sorry, Saul. ਸੌਲ ਜਿਹੜਾ ਸੀਗਾ ਇਹ ਤੋਂ ਘਬਰਾ ਗਿਆ ਸੁਣ He ਕੇ। felt threatened by David. ਦੌਦ ਤੋਂ ਉਹਨੂੰ ਇਸ ਤਰ੍ਹਾਂ ਲੱਗ ਪਿਆ, ਮੈਨੂੰ ਇਹ ਤੋਂ ਡਰ ਆ ਗਿਆ। David became more popular. ਦੌਦ ਜਿਹੜਾ ਸੀਗਾ ਮਸ਼ਹੂਰ ਹੁੰਦਾ And ਗਿਆ। it triggered intense jealousy and envy in him. ਸੌਲ ਦੇ ਦਿਲ ਵਿੱਚ ਇਹ ਗੱਲਾਂ ਸੁਣ ਕੇ ਉਹਦੇ ਦਿਲ ਦੇ ਵਿੱਚ ਈਰਖਾ ਆ ਗਈ, ਤਿੱਖੀ ਈਰਖਾ ਆ ਗਈ। To the point that he wanted to kill David. ਇੰਨੀ ਉਹਦੀ ਅਣਖ ਜੈਲਸੀ ਵੱਧ ਗਈ ਸੀਗੀ ਕਿ ਉਹ ਉਹਨੂੰ ਮਾਰਨਾ ਚਾਹਿਆ। You can be a preacher in the church. ਚਰਚ ਦੇ ਵਿੱਚ ਤੁਸੀਂ ਪ੍ਰਚਾਰ ਕਰਨ ਵਾਲੇ You ਹੋ, could be a Sunday school teacher. ਸੰਡੇ ਸਕੂਲ ਦੇ ਟੀਚਰ ਹੋਵੋ, You could be a youth worker. ਬੱਚਿਆਂ ਦੇ ਵਿੱਚ ਕੰਮ ਕਰਦੇ ਹੋਵੋ, You could be a singer. You could be an outreach worker. ਬਾਅਦ ਤੁਸੀਂ ਮਨਾਦੀ ਕਰਨ ਵਾਲੇ ਹੋ, You can engage in translation. ਤਰਜਮਾ ਕਰਨ ਵਾਲੇ ਹੋਈਏ, You can serve in many ways. ਬਹੁਤ ਸਾਰੇ ਕੰਮ ਕਰਦੇ ਹੋਈਏ। Then what happens? Somebody young and fresh comes in. ਕੋਈ ਨਵਾਂ ਆਉਂਦਾ ਹੈਗਾ, ਤਾਜ਼ਾ ਆਉਂਦਾ ਹੈਗਾ, And people start applauding them and praising them. ਉਹਦੀ ਤਾਰੀਫ ਕਰਨ ਲੱਗ ਪਏ ਤੇ ਉਹਦੇ ਲਈ ਤਾੜੀਆਂ ਲਾਉਣ ਲੱਗ And ਪਏ। isn't there this danger that bitter envy can come into our hearts? ਸਾਕੀ ਇਹਦੇ ਦੁਆਰਾ ਸੁਣ ਕੇ ਸਾਡੇ ਦਿਲਾਂ ਦੇ ਵਿੱਚ ਈਰਖਾ ਆਉਂਦੀ ਹੈ ਤਿੱਖੀ, And there's contention ਕਿ ਉੱਥੇ and ਝਗੜੇ ਹੁੰਦੇ, rivalry. ਇੱਕ ਦੂਸਰੇ ਬੈਰ ਵਿਰੋਧ ਹੁੰਦਾ। You get this in families. ਪਰਿਵਾਰ ਦੇ ਵਿੱਚ ਵੀ ਇਸ ਤਰ੍ਹਾਂ You ਹੁੰਦਾ, have sibling rivalry. ਭੈਣਾਂ ਭਰਾਵਾਂ ਦੇ ਵਿੱਚ There's two siblings, ਦੋ ਭੈਣ ਭਰਾ ਹੋਣ, and usually it's played out with their children. ਆਪਣੇ ਬੱਚਿਆਂ ਨਾਲ ਖੇਲਦੇ ਹੋਣਗੇ। Oh, my son got his degree, you know. ਮੇਰੇ ਪੁੱਤ ਨੇ ਤਾਂ ਡਿਗਰੀ ਕਰ ਲਈ, Oh, but my daughter got a first. ਪਰ ਮੇਰੀ ਧੀ ਨੇ ਤਾਂ ਪਹਿਲਾਂ ਉਤੋਂ ਕੀਤੀ। Oh, my son's got such a good job. ਮੇਰੇ ਪੁੱਤਰ ਕੋ ਤਾਂ ਬਹੁਤ ਸੋਹਣੀ ਨੌਕਰੀ ਮਿਲੀ, Oh, but mine's got a better job. ਪਰ ਮੇਰੇ ਪੁੱਤਰ ਕੋ ਤੇਰੇ ਪੁੱਤਰ Can ਨਾਲ you ਜ਼ਿਆਦਾ see the ਬਿਹਤਰ ਹੈ। rivalry here? ਕਿਸ ਤਰ੍ਹਾਂ ਦੇਖਦੇ ਆ Envy. ਕਿ ਕਿਸ ਤਰ੍ਹਾਂ ਇੱਕ ਦੂਸਰੇ ਤੋਂ ਜਲਸ Someone ਕਰਦੇ does better than us, it unsettles us. ਆ। ਅਸੀਂ ਇਸੇ ਤਰ੍ਹਾਂ ਦੇਖਦੇ ਆ ਕਿ ਅਸੀਂ ਦੂਸਰੇ ਨਾਲੋਂ ਬਿਹਤਰ ਹੈਗੇ ਆ, ਇਹਦੇ ਦੁਆਰਾ ਅਸੀਂ ਕੀ ਹੋ ਜਾਂਦੇ ਆ, ਹਿੱਲ ਜੁਲ ਜਾਂਦੇ ਆ। You live in Handsworth. ਹੈਂਸਵਰਥ ਦੇ ਵਿੱਚ ਰਹਿੰਦੇ ਆ, Then your brother moves to Handsworth Wood. ਤੁਹਾਡਾ ਭਰਾ ਜਿਹੜਾ ਤੁਹਾਡੇ ਨਾਲ ਰਹਿੰਦਾ ਸੀ, And then it unsettles you. You got to move to Sutton now. ਹੁਣ ਉਹ ਤੁਸੀਂ ਸਟਨ ਜਾ ਕੇ ਰਹਿਣਾ ਹੈਗਾ ਉਹਦੇ ਨਾਲੋਂ ਵੀ ਬਿਹਤਰ ਜਗ੍ਹਾ ਤੇ। Can you see? It unsettles us. ਕਿ ਇਹਦੇ ਦੁਆਰਾ ਅਸੀਂ ਹਿੱਲ ਜਾਂਦੇ ਆ There's ਕਿ ਉਹ this ਤਾਂ bitter envy. ਈਰਖਾ ਸਾਡੇ ਚ ਆ ਜਾਂਦੀ ਆ। It can happen in marriages, ਜਿਹੜੀਆਂ ਖੁਸ਼ੀ ਦੀਆਂ ਸ਼ਾਦੀਆਂ ਹਨ, in our families, ਪਰਿਵਾਰ ਜਿਹੜੇ in ਹਨ, our places of work. ਜਿਸ ਜਗ੍ਹਾ ਤੇ ਅਸੀਂ ਕੰਮ ਕਰਦੇ ਹਾਂ। Notice the word there. Bitter. ਤਿੱਖੀ ਅਣਖ, To be resentful ਇਹਦਾ ਮਤਲਬ ਇਹ ਹੈ ਕਿ ਕਿਸੇ ਤੋਂ ਅਸੀਂ ਜ਼ਿਆਦਾ ਨਫ਼ਰਤ ਕਰਨੀ, towards the other person. ਦੂਸਰੇ ਤੋਂ ਅਸੀਂ ਜ਼ਿਆਦਾ ਅਣਖ ਕਰਨੀ। I mean, this is a terrible, terrible thing. ਬਹੁਤ ਬੜੀ ਬਹੁਤ It ਬੁਰੀ ਗੱਲ drove ਹੈ। Saul to want to kill David. ਸੋਲ ਵਾਂਗਰ ਹੈਗੀ ਆ ਕਿ ਜਿਸ ਤਰ੍ਹਾਂ ਉਹ ਤਲਵਾਰ ਕੱਢ ਕੇ ਦਾਊਦ ਨੂੰ ਮਾਰਨਾ Now, ਚਾਹੁੰਦਾ we ਸੀ। may not physically kill anyone, ਹੋ ਸਕਦਾ ਕਿ ਅਸੀਂ ਜਾਣਬੁੱਝ ਕੇ ਤਾਂ ਨਹੀਂ ਮਾਰਾਂਗੇ ਸਰੀਰਕ ਤੌਰ but ਤੇ, there's this bitterness in us. ਪਰ ਦਿਲ ਦੇ ਵਿੱਚ ਜਿਹੜੀ ਕੜਵਤ ਹੈ, Every time that person is mentioned, ਜਿਸ ਵੇਲੇ ਉਹਦਾ ਨਾਂ ਲਿਆ ਜਾਂਦਾ, it does something to us inside. ਦਿਲ ਦੇ ਵਿੱਚ ਬਹੁਤ ਗੁੱਸਾ ਆਉਂਦਾ। We're uptight, we're angry, we're uncomfortable. ਜਿਸ ਵੇਲੇ ਉਹਦਾ ਨਾਂ ਲਿਆ ਜਾਂਦਾ ਹੈਗਾ, ਅਸੀਂ ਬੇਚੈਨ ਹੋ ਜਾਂਦੇ ਆ ਤੇ ਗੁੱਸਾ ਆਉਂਦਾ ਹੈਗਾ ਆ, ਕੁਝ ਕਰਨਾ We ਚਾਹੁੰਦੇ see the ਹਾਂ। person, we avoid them. ਜਿਸ ਵੇਲੇ ਉਹਨੂੰ ਅਸੀਂ ਦੇਖਦੇ ਹੈਗੇ ਆ ਤੇ ਅਸੀਂ ਉਹ ਤੋਂ ਪਿੱਛੇ ਹੋ ਜਾਂਦੇ Every ਹਾਂ। time their name is mentioned, something happens to us. ਜਿਸ ਵੇਲੇ ਉਹਦਾ ਨਾਂ ਲਿਆ ਜਾਂਦਾ ਹੈਗਾ, ਸਾਡੇ ਮਨ ਦੇ ਵਿੱਚ ਕੁਝ ਨਾ ਕੁਝ If ਹੁੰਦਾ। somebody praises them, there's this urge within us to want to put them down. ਜੇ ਕੋਈ ਉਹਦੀ ਤਾਰੀਫ ਕਰੇ ਤਾਂ ਸਾਡੇ ਦਿਲ ਦੇ ਵਿੱਚ ਇੰਨੀ ਜਲਨ ਆ ਜਾਂਦੀ ਹੈ ਕਿ ਅਸੀਂ ਉਹਦਾ ਨਾਮ ਬਦਨਾਮ ਕਰੀਏ। And like Saul, it ruins us spiritually. ਆਤਮਿਕ ਤੌਰ ਤੇ ਅਸੀਂ ਵੀ ਇਸੇ ਤਰ੍ਹਾਂ ਆਤਮਿਕ ਤੌਰ ਤੇ It ਜਿਹੜੇ ਹੈਗੇ creates ਬਰਬਾਦ ਹੋ this ਜਾਂਦੇ ਹਾਂ। hardness of heart, this bitterness, this anger. ਗੁੱਸਾ ਤੇ ਅਣਖ, ਈਰਖਾ ਜਿਹੜੀ ਹੈਗੀ ਆ, ਕੜਵਾ ਜਿਹੜਾ ਹੈਗਾ, ਉਹ ਸਾਡੇ ਦਿਲ ਚ And we ਪੈਦਾ ਹੋ can't ਜਾਂਦਾ। read, we can't pray, it keeps us away from God. ਬਾਈਬਲ ਨਹੀਂ ਪੜ੍ਹਦੇ ਹੈਗੇ, ਪ੍ਰਾਰਥਨਾ ਨਹੀਂ ਕਰਦੇ, ਪਰਮੇਸ਼ਰ ਦੂਰ ਰਹਿੰਦੇ ਆ। Like Saul, his life ended up in a disaster. ਪੌਲ ਰਸੂਲ ਜਿਹੜਾ ਸੀਗਾ ਰਾਜਾ, ਉਹਦਾ ਜੀਵਨ ਇਹੋ ਜਿਹਾ ਹੋਇਆ। Envy does not bring harmony. Bitterness does not bring harmony to relationship. ਤਿੱਖੀ ਅਣਖ ਜਿਹੜੀ ਹੈਗੀ ਆ, ਮੇਲ ਮਿਲਾਪ ਨਹੀਂ ਲਿਆਉਂਦੀ ਹੈਗੀ, ਜਾਂ ਕਿ ਅਸੀਂ ਰਲ ਮਿਲ ਕੇ ਨਹੀਂ ਰਹਿ ਸਕਦੇ ਇਹਦੇ ਦੁਆਰਾ। What else is there? ਹੋਰ ਦੂਸਰੀ ਗੱਲ। Self-seeking. Verse 14 again. 14ਵੀਂ ਆ ਜਾਏਗਾ ਕਿ ਆਪਣੇ In ਆਪ the ਨੂੰ ਪੂਰੇ context ਕਰਨਾ। of the church, we may be serving the Lord.
ਹੋ ਸਕਦਾ ਕਿ ਮੰਡਲੀ ਚ ਸੇਵਾ ਕਰਦੇ ਹੋਈਏ, But we're not serving the Lord, we're serving ourselves. It's for the praise of people. ਪਰਮੇਸ਼ਵਰ ਦੀ ਸੇਵਾ ਨਹੀਂ ਕਰਦੇ, ਅਸੀਂ ਆਪਣੀ ਤਾਰੀਫ ਦੇ ਲਈ ਕਰਦੇ ਹਾਂ ਕਿ ਲੋਕੀ ਸਾਡੀ ਤਾਰੀਫ ਕਰਨ। We want to become bigger and better. There's pride and selfishness. ਜੋ ਸਾਡੇ ਚ ਅਣਖ ਹੈਗੀ ਹੈ, ਜੋ ਕੁਛ ਅਸੀਂ ਹੈਗੇ ਆ, ਅਸੀਂ ਦੂਸਰਿਆਂ ਨਾਲੋਂ ਵੱਧ ਕੇ ਹੋਣਾ ਚਾਹੁੰਦੇ ਹਾਂ। Self-seeking. ਆਪਣੇ ਆਪ ਨੂੰ ਅਸੀਂ ਦੇਖਦੇ ਹਾਂ ਕਿ ਉੱਚਾ ਕਰੀਏ। We are living in the most self-seeking, self-centered world ever, I think. ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਜਿਸ 'ਚ ਅਸੀਂ ਰਹਿ ਰਹੇ ਹੈਗੇ ਆ, ਬਹੁਤ ਸਵਾਰਥੀ ਹੈਗੀ ਆ। People don't talk about truth anymore, do they? ਸੱਚਾਈ ਦੀ ਗੱਲ ਕੋਈ ਨਹੀਂ ਕਰਦਾ ਅੱਜ ਕੱਲ੍ਹ। People talk, oh, but my truth, this is my truth. ਲੋਕੀ ਕਹਿੰਦੇ ਨੇ ਕਿ ਮੇਰੀ ਸੱਚਾਈ ਜਿਹੜੀ ਆ ਉਹ ਸੁਣ। I mean, what is my truth? How ridiculous. ਮੇਰੀ ਸੱਚਾਈ ਜਿਹੜੀ ਆ ਉਹ ਕਿਹੜੀ ਹੈਗੀ ਆ, ਕਿੰਨੀ ਮੂਰਖਤਾ ਦੀ। You know, if we're wrong, we don't say, but it's my truth. You're wrong. Wrong is wrong. ਤੋ ਕਹਿੰਦੇ ਕਿ ਜਿਹੜੀ ਮੈਂ ਸੱਚਾਈ ਦਾ ਦੱਸਦਾ ਹਾਂ, ਸੱਚਾਈ ਹੈਗੀ, ਜਿਹੜੀ ਗਲਤ ਗੱਲ ਹੈਗੀ ਉਹ ਗਲਤ ਹੈਗੀ। What you're probably saying is, this is how I feel. ਤੇ ਤੁਸੀਂ ਉਹਨਾਂ ਨੂੰ ਕੀ ਕਹਿ ਰਹੇ ਹੋ ਕਿ ਇਹੋ ਜਿਹੀ ਗੱਲ ਜਿਹੜੀ ਆ ਉਹ ਮੈਂ ਮਹਿਸੂਸ ਕਰਦਾ। But look, it doesn't matter how I feel. If you do wrong, it is wrong. It is not truth. It's a lie. ਜੋ ਕੁਝ ਤੁਸੀਂ ਗਲਤ ਕਰਦੇ ਹੈਗੇ ਆ ਉਹ ਸੱਚ ਨਹੀਂ ਹੈਗਾ, ਉਹ ਝੂਠ ਹੈਗਾ। And selfishness, more than anything else, has driven and expanded mental health issues. ਜਿਹੜੀ ਸਵਾਰਥਪੁਣਾ ਹੈਗਾ ਆ ਉਹ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਹੀ ਵੱਧ ਚੁੱਕੀ ਹੈਗੀ ਆ ਕਿ ਉਹਦਾ ਅਸਰ ਜਿਹੜਾ ਹੈਗਾ ਦਿਮਾਗ ਤੇ ਪੈ ਰਿਹਾ। Because we focus on self, me. It's all about me. ਕਿਉਂਕਿ ਅਸੀਂ ਆਪਣੇ ਉੱਤੇ, ਮੈਂ ਉੱਤੇ ਇਹ ਸਾਰਾ ਕੁਝ ਜ਼ਿਕਰ ਕਰਦੇ ਹਾਂ। How do you spell joy? ਜੋਈ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਸਪੈਲ ਕਰਦੇ ਆ? ਅੱਖਰ ਕਿਸ How ਤਰ੍ਹਾਂ? do you spell it? J-O-Y. J-O-Y. Remember this. ਯਾਦ ਰੱਖੋ। If you want joy, ਜੇ ਤੁਸੀਂ ਜੋਈ ਚਾਹੁੰਦੇ ਹੋ, you ਖੁਸ਼ੀ know what you need to ਚਾਹੁੰਦੇ do? I don't know if you know this. ਪਰ ਤੁਸੀਂ ਜਾਣਦੇ ਨਹੀਂ ਹੋਣੇ। Put Jesus first. ਜੈ J. ਜਿਹੜਾ ਹੈਗਾ ਜੀਸਸ, Put him first. O. Others. ਦੂਸਰੇ, And Y. ਯੂ। Yourself. You. ਤਿੰਨ ਲਫ਼ਜ਼ ਜਿਹੜੇ ਅੱਖਰ ਹੈਗੇ ਆ ਜੋਈ ਦੇ ਵਿੱਚ ਲਿਖੇ ਹੋਏ, ਪਹਿਲਾ ਜੀਸਸ ਬਣਦਾ, If ਦੂਸਰਾ you others। want real joy, ਜੇ ਤੁਸੀਂ ਅਸਲੀ ਆਨੰਦ ਚਾਹੁੰਦੇ ਹੋ, honestly get away from self. ਆਪਣੇ ਆਪ ਤੋਂ, ਆਪਣਾ ਮਨ ਤੋਂ, Think of ਆਪਣੇ ਦਿਲ ਨਾਲ Christ. ਪ੍ਰਭੂ ਯਿਸੂ ਮਸੀਹ ਨੂੰ ਪਹਿਲ ਦਿਓ, Serve others. ਦੂਸਰਿਆਂ ਦੀ ਸੇਵਾ ਕਰੋ, And put yourself last. ਆਖਰ ਦੇ ਵਿੱਚ ਆਪਣੇ ਆਪ ਦੇ। Nowadays, it is me first. ਅੱਜ ਦੇ ਦਿਨਾਂ ਦੇ ਵਿੱਚ ਗੱਲ ਕੀ ਹੁੰਦੀ ਹੈ? ਮੈਂ ਪਹਿਲਾਂ ਸਾਰਿਆਂ ਤੋਂ, Others, well, if I have time. ਦੂਸਰਿਆਂ ਦੇ ਬਾਰੇ ਕਹਿੰਦੇ ਸਮਾਂ ਹੋਇਆ ਤਾਂ And ਕਰ ਲਓ। Jesus, well, Jesus ਦੇ if he ਬਾਰੇ fits in somewhere in our life. ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਖੂੰਜੇ ਦੇ ਵਿੱਚ ਜੀਵਨ ਚਲਾ। Honestly, if we live like this, you will not be self-seeking. You will know joy. ਜੇ ਤੁਸੀਂ ਜੋ ਚਾਹੁੰਦੇ ਹੈਗੇ ਆ, ਫਿਰ ਤੁਸੀਂ ਜੀਵਨ ਪ੍ਰਭੂ ਯਿਸੂ ਮਸੀਹ ਵਿੱਚ ਰਹਿ ਕੇ ਜਾਂਦੇ ਆ, ਤਾਂ ਫਿਰ ਤੁਹਾਨੂੰ ਆਪਣੇ ਆਪ We will not be driven by bitter envy ਫਿਰ ਸਾਡੇ ਵਿੱਚ ਜਿਹੜੇ ਕਿ ਇਹ ਤਿੱਖੀ ਅਣਖ ਹੈਗੀ ਆ ਉਹ and ਨਹੀਂ ਆਵੇਗੀ। rivalry ਇਹ ਨਹੀਂ ਹੋਗਾ ਕਿ ਇੱਕ ਦੂਸਰੇ ਦੇ ਬੈਨ ਵਿਰੋਧ and ਹੋਊਗਾ, greed. ਅਸੀਂ ਗੁੱਸੇ ਹੋਈਏ। John the Baptist, ਯੋਹਨਾ ਬਪਤਿਸਮਾ ਦੇਣ ਵਾਲਾ, he had a wonderful motto for his life. ਉਹਦੇ ਜੀਵਨ ਦੇ ਜਿਹੜੀ ਹੈਗੀ ਆ ਇੱਕ ਨਮੂਨਾ ਸੀ। He must increase. Jesus, he must increase I must decrease, and I must decrease. decrease. ਉਹ ਇਹਨੇ ਇਹ ਬਿਆਨ ਕੀਤਾ ਸੀਗਾ ਉੱਚੀ ਆਵਾਜ਼ ਦੇ ਕੇ, ਕਹਿੰਦਾ ਕਿ ਉਹ ਜਿਹੜਾ ਹੈਗਾ ਉਹ ਵਧੇ ਤੇ ਮੈਂ ਘਟਾਂ। Sadly, even amongst Christians, ਇਹ ਵਿਸ਼ਵਾਸੀਆਂ ਦੇ ਵਿੱਚ ਵੀ ਹੋਣਾ ਚਾਹੀਦਾ। they follow the philosophy of the world. ਉਹ ਦੁਨੀਆ ਜਿਹੜੇ ਵਿਸ਼ਵਾਸੀ ਲੋਕ ਆ ਦੁਨੀਆ ਦੀ ਸੋਚ ਮਗਰ ਚੱਲਦੇ ਆ। Jesus is there only to make me increase. ਉਹ ਯੀਸ਼ੂ ਇੱਥੇ ਹੈਗਾ ਆ ਮੇਰੇ ਵਾਸਤੇ ਕਿ ਮੈਂ ਵਧਾਂ ਹੋਰ। I'm using him to make me increase. ਮੈਂ ਪ੍ਰਭੂ ਯੀਸ਼ੂ ਮਸੀਹ ਨੂੰ ਇਸਤੇਮਾਲ ਕਰ ਰਿਹਾ ਕਿ ਮੈਂ ਉਹਦੇ ਨਾਲੋਂ ਵੀ ਜ਼ਿਆਦਾ ਵਧਾਂ। Self-seeking. ਇਹ ਹੈ ਕਿ bitter ਆਪਣੇ envy. ਆਪ ਖਿਆਲ ਕਰਨਾ। These things don't help relationships. ਫਿਰ ਜਿਹੜੀ ਅਸੀਂ ਚਾਹੁੰਦੇ ਹਾਂ ਕਿ ਸਾਡਾ ਰਿਸ਼ਤਾ ਜਿਹੜਾ ਕਾਇਮ ਹੋਵੇ। Or else boasting and lying against the truth. ਸੱਚਾਈ ਦੇ ਖਿਲਾਫ ਝੂਠ ਬੋਲਣਾ। Again, verse 14. Do not boast and lie against the truth. ਘਮੰਡ ਨਾ ਕਰੋ, ਨਾ ਝੂਠ ਨਾ ਮਾਰੋ। James is saying here, ਯਾਕੂਬ ਇਹ ਕਹਿ ਰਿਹਾ, if there's bitter envy and self-seeking that exist in our hearts, ਤਿੱਖੀ ਅਣਖ ਅਤੇ ਧੜੇਬਾਜ਼ੀ ਕਰਦੇ ਤੋਂ ਹੋ ਸੱਚਾਈ ਦੇ ਵਿਰੁੱਧ don't ਨਾ boast ਘਮੰਡ ਕਰੋ। about it. ਇਹਦੇ ਬਾਰੇ ਕੋਈ ਘਮੰਡ ਨਾ ਕਰੋ। And if there's pride there, ਇੱਥੇ ਲਿਖਿਆ ਹੈ ਘਮੰਡ। don't let this govern and rule your heart. ਇਹ ਜਿਹੜਾ ਘਮੰਡ ਹੈਗਾ ਸਾਡੇ ਦਿਲ ਦੇ ਉੱਤੇ ਰਾਜ ਨਾ ਕਰੇ। Because you are living out a lie.
ਕਿਉਂਕਿ ਜੇ ਤੁਸੀਂ ਕਮਾਂਡ ਕਰਦੇ ਫਿਰ ਝੂਠ ਦੇ ਵਿੱਚ ਵਸ You ਰਹੇ are ਹੋ going against God's word. ਫਿਰ ਤੁਸੀਂ ਪਰਮੇਸ਼ਰ ਦੇ ਵਚਨ ਦੇ ਖਿਲਾਫ ਚੱਲ ਰਹੇ ਹੋ This is not God's wisdom at all. ਇਹ ਪਰਮੇਸ਼ਰ ਦੀ ਬੁੱਧ ਨਹੀਂ ਹੈਗੀ ਬਿਲਕੁਲ You preach, you teach, you tell others. ਤੁਸੀਂ ਸਿਖਾਉਂਦੇ ਹੋਗੇ ਪ੍ਰਚਾਰ ਕਰਦੇ ਹੋਗੇ ਦੂਸਰਿਆਂ ਨੂੰ But if there's ਦੱਸਦੇ ਹੋ। arrogance, bitter envy, ਜੇ ਸਾਡੇ 'ਚ ਤਿੱਖੀ ਅਣਖ ਹੈਗੀ ਆ ਜਾਂ ਸਾਡੇ ਕੇ if you ਕੜਵਾ say, ਹੈਗਾ I have the truth, ਤਾਂ ਤੁਸੀਂ ਕਹਿੰਦੇ ਮੇਰੇ ਕੋਲ ਸੱਚਾਈ ਹੈ telling everybody, ਮੈਂ ਸਾਰਿਆਂ ਨੂੰ ਦੱਸਦਾ but you're living out a lie. You are not living out the truth. ਸੱਚਾਈ ਦੇ ਵਿੱਚ ਨਹੀਂ ਰਹਿ ਜੀ ਰਹੇ ਤੁਸੀਂ ਪਰ ਝੂਠ ਦੇ ਵਿੱਚ ਰਹਿ ਰਹੇ ਹੋ Knowledge can puff us up. ਗਿਆਨ ਜਿਹੜਾ ਅਸੀਂ ਪ੍ਰਾਪਤ ਕਰ ਲੈਣਾ ਹੈਗਾ ਉਹ ਸਾਨੂੰ ਫੁਲਾ ਦਿੰਦਾ So these things are there. ਇਹ ਗੱਲਾਂ ਇੱਥੇ ਹਨ This is worldly wisdom. This is earthly wisdom. ਇਹ ਦੁਨੀਆ ਦੀ ਬੁੱਧ ਹੈ Secondly, ਦੂਸਰੀ ਗੱਲ earthly wisdom, where does it come from? ਇਹ ਜਿਹੜੀ ਦੁਨੀਆ ਦੀ ਬੁੱਧ ਹੈਗੀ ਕਿੱਥੋਂ ਆਉਂਦੀ Look at verse 15. 15 ਦੇਖੀਏ This wisdom does not descend from above, but is earthly. ਇਹ ਤਾਂ ਉਹ ਬੁੱਧ ਨਹੀਂ ਜਿਹੜੀ ਉੱਪਰੋਂ ਉੱਤਰ ਆਉਂਦੀ ਹੈ ਸਗੋਂ ਸੰਸਾਰੀ This wisdom is of this world. ਇਹ ਦੁਨੀਆ ਤੋਂ ਹੈ ਇਹ ਬੁੱਧ It fails to consider God. ਪਰਮੇਸ਼ਰ ਦਾ ਖਿਆਲ ਨਹੀਂ ਕਰਦੀ ਇਹ ਬੁੱਧ It says it's sensual. So ਉਹ ਹੈਗੇ ਉਹ ਬਦਨਾਮੀ ਕਰਨ ਵਾਲੀ it's ਗੰਦੀਆਂ ਗੱਲਾਂ unspiritual, it's natural in some translations. ਪੁਰਾਣਕ ਹੈ ਸ਼ੈਤਾਨੀ ਹੈ ਬਹੁਤ ਸਾਰੀਆਂ ਗੱਲਾਂ ਹੋ ਰਹਾ So it's not spiritual. ਆਤਮਿਕ ਨਹੀਂ ਹੈ It could be driven by lusts of the flesh. ਜਿਹੜੀ ਸਰੀਰਕ ਦੀ ਕਾਮਨਾਵਾਂ ਹੈਗੀ ਆ ਉਹਦੇ ਦੁਆਰਾ ਇਹ ਚਲਾਈ It's ਜਾਂਦੀ driven ਹੈ by human reason and feelings. ਜੋ ਅਸੀਂ ਮਹਿਸੂਸ ਕਰਦੇ ਹੈਗੇ ਆ ਜੋ ਸਾਡੀ ਅਕਲ ਹੈਗੀ ਆ ਉਹਦੇ ਦੁਆਰਾ ਅਸੀਂ ਚਲਾਈ ਜਾਂਦੇ In our world, everything is driven by feelings. ਜੋ ਕੁਝ ਅਸੀਂ ਮਹਿਸੂਸ ਕਰਦੇ ਆ ਦੁਨੀਆ ਦੇ ਵਿੱਚ ਅਸੀਂ ਉਹਦੇ ਦੁਆਰਾ ਚਲਾਏ ਜਾਂਦੇ ਆ We fall out with somebody, ਜੇ ਕਿਸੇ ਨੂੰ ਕੁਝ ਪੁੱਛੀਏ but I feel upset. I feel angry. ਜੇ ਕੋਈ ਮੈਨੂੰ ਪੁੱਛੇ ਕਿ ਹਾਂ ਕਿ ਤੂੰ ਅਪਸੈਟ ਹੈਗਾ ਤਾਂ ਅਸੀਂ ਵੀ ਗੁੱਸਾ ਹੋ It's ਜਾਂਦੇ not driven by truth, ਸੱਚਾਈ ਦੇ ਦੁਆਰਾ ਨਹੀਂ ਅਸੀਂ ਚੱਲ ਰਹੇ but feelings and emotions. ਜੋ ਸਾਡੇ ਜਜ਼ਬਾਤ ਹਨ ਜੋ ਸਾਡੀ ਫੀਲਿੰਗ ਹੈਗੀ ਹੈ, ਉਹਦੇ ਦੁਆਰਾ ਅਸੀਂ And ਚੱਲਦੇ then he goes further. ਫਿਰ ਅੱਗੇ ਵੱਧਦਾ Earthly, sensual, listen to this, demonic. Demonic. ਸਗੋਂ ਸੰਸਾਰੀ ਪੁਰਾਣਕ ਸ਼ੈਤਾਨੀ ਹੈ The ultimate source behind earthly wisdom is Satan. ਦੁਨੀਆ ਦੀ ਜਿਹੜੀ ਬੁੱਧ ਹੈ ਉਹਦੇ ਪਿੱਛੇ ਕੌਣ ਹੈ ਸ਼ੈਤਾਨ He is the father of lies. ਉਹ ਝੂਠਿਆਂ ਦਾ ਪਿਓ ਹੈ He wants to deceive us. ਉਹ ਸਾਨੂੰ ਧੋਖਾ ਦੇਣਾ He ਚਾਹੁੰਦਾ wants to destroy relationships. ਉਹ ਜਿਹੜਾ ਹੈਗਾ ਸਾਡਾ ਰਿਸ਼ਤਾ He ਹੈ ਉਹਨੂੰ wants to ਬਰਬਾਦ ਕਰਨਾ destroy ਚਾਹੁੰਦਾ churches. ਮੰਡਲੀਆਂ ਨੂੰ ਬਰਬਾਦ He ਕਰਨਾ wants to ਚਾਹੁੰਦਾ destroy families. ਪਰਿਵਾਰ ਨੂੰ ਬਰਬਾਦ ਕਰਨਾ ਚਾਹੁੰਦਾ It's demonic, ਉਹ ਸ਼ੈਤਾਨੀ ਹੈ this earthly wisdom. ਇਹ ਜਿਹੜੀ ਦੁਨੀਆ ਦੀ ਬੁੱਧ ਹੈ And thirdly, ਤੀਸਰੀ ਗੱਲ what does it lead to? ਇਹਦੇ ਦੁਆਰਾ ਇਹ Earthly ਇਸ ਬੁੱਧ ਦੇ wisdom. ਦੁਆਰਾ What ਅਸੀਂ does ਕਿੱਥੇ it lead ਪਹੁੰਚਦੇ to? ਹਾਂ Look at verse 16. 16ਵੀਂ ਆਇਤ ਦੇਖੋ For where envy and self-seeking exist, so he's taken what he mentioned before in verse 14, envy and self-seeking. So where they exist, ਕਿਉਂਕਿ ਜਿੱਥੇ ਈਰਖਾ ਅਤੇ ਤੜੇਬਾਜ਼ੀ ਹੁੰਦੀ ਹੈ ਉੱਥੇ ਕਸਮਾਨ okay, so there's confusion and every evil thing are there. ਸਾਰੀ ਬੁਰਾਈ ਜਿਹੜੀ ਹੈਗੀ ਆ ਇੱਥੇ ਲਿਖੀ ਹੋਈ ਹੈਗੀ ਇਹਦੇ ਵਿੱਚ ਹੈ Where these things exist, there is confusion. ਜਿੱਥੇ ਇਹ ਹੈ ਬੁੱਧ ਦੁਨੀਆ ਦੀ ਉੱਥੇ ਉਲਝਣ ਹੈ There's no unity in the church. There's disunity. Everybody's doing what is right in their own lives. ਤੇ ਮੰਡਲੀ ਦੇ ਵਿੱਚ ਏਕਤਾ ਨਹੀਂ ਹੈਗੀ ਜੋ ਕੋਈ ਉਹਨਾਂ ਦੇ ਮਨ ਚ ਆਉਂਦਾ ਹੈ ਉਹ ਸੋਈ ਕੁਝ ਕਰਦੇ We're ਹਨ not working as a body. ਅਸੀਂ ਦੇਹ ਬਣ ਕੇ ਇੱਕ ਦੇਹ ਬਣ ਕੇ ਨਹੀਂ ਕੰਮ We're not ਕਰਦੇ serving each other. We're serving ourselves. ਅਸੀਂ ਇੱਕ ਦੂਸਰੇ ਦੀ ਟੈਲ ਨਹੀਂ ਕਰਦੇ ਅਸੀਂ ਆਪਣੀ ਟੈਲ ਕਰਦੇ ਹਾਂ We seek our own interests, not the interests of the Lord. ਦੂਸਰਿਆਂ ਦੀ ਭਲਾਈ ਨਹੀਂ ਸੋਚਦੇ ਹੈ ਪਰ ਅਸੀਂ ਆਪਣੀ ਭਲਾਈ ਸੋਚਦੇ ਹਾਂ There's confusion. ਉਲਝਣ ਹੈ You get this in families, you get this in nations, you get this at work. ਕੰਮ ਤੇ ਕੌਮਾਂ ਦੇ ਵਿੱਚ ਪਰਿਵਾਰ ਦੇ ਵਿੱਚ ਹੁੰਦੇ And he says, every evil thing are there. ਹਰੇਕ ਤਰ੍ਹਾਂ ਦੀ ਬੁਰਾਈ ਜਿਹੜੀ ਹੈਗੀ ਆ ਇੱਥੇ ਹੈ That's frightening, isn't it? ਇਹ ਤੋਂ ਡਰ ਲੱਗਦਾ ਸੁਣ ਕੇ Once earthly wisdom settles into our hearts, ਜੇ ਦੁਨੀਆ ਦੀ ਬੁੱਧ ਜਿਸ ਵੇਲੇ ਸਾਡੇ ਦਿਲ ਦੇ ਵਿੱਚ ਬੈਠ ਜਾਂਦੀ ਹੈ who knows what length we will go to? ਉਸ ਬੁੱਧ ਦੇ ਨਾਲ ਕੌਣ ਜਾਣੇ ਕਿ ਅਸੀਂ ਕਿੱਥੇ ਹੱਦ ਤੱਕ ਪਹੁੰਚ ਸਕਦੇ ਹਾਂ Who knows what confusion and rivalry and tension it'll cause?
ਕੌਣ ਜਾਣੇ ਕਿ ਹਾਂ ਕਿ ਜਿਹੜੀ ਕਿ ਟੈਨਸ਼ਨ ਹੋਣੀ ਹੈ ਕਿ ਇੱਕ ਦੂਸਰੇ ਦੇ ਨਾਲ ਬੈਰ ਵਿਰੋਧ ਰੱਖਣਾ ਹੈਗਾ ਜਾਂ ਗੁੱਸੇ ਹੋਣਾ ਹੈਗਾ, ਕਿੱਥੇ ਤੱਕ ਹੱਦ ਤੱਕ ਪਹੁੰਚ ਸਕਦੇ ਹਾਂ। This is what bitterness does. ਕੜਵਾ ਜਿਹੜਾ ਹੈਗਾ ਦਿਲਾਂ 'ਚ ਇਹ ਕੁਛ ਕਰਦਾ। This is what envy does. ਅਣਖ ਜਿਹੜੀ ਹੈਗੀ ਉਹ ਇਸੇ ਤਰ੍ਹਾਂ This is ਕਰਦੀ what ਹੈ। self-seeking does. ਜਿਹੜਾ ਕਿ ਆਪਣੇ ਆਪ ਨੂੰ ਪਹਿਲ ਦੇਣੀ ਹੈਗੀ ਹੈ ਇਹੋ It ਕਰਦਾ। cannot produce harmonious relationships. ਇਹਦੇ ਦੁਆਰਾ ਜੋ ਅਸੀਂ ਆਪਣੇ ਆਪ ਦੇ ਲਈ ਕਰਦੇ ਹੈਗੇ ਆ, ਇਹਦੇ ਦੁਆਰਾ ਕੋਈ ਏਕਤਾ ਨਹੀਂ ਹੁੰਦੀ, ਇੱਕ ਦੂਜੇ ਨਾਲ ਰਲ ਮਿਲ ਕੇ ਨਹੀਂ ਰਹਿ ਸਕਦੇ। Secondly then, ਦੂਸਰੀ ਗੱਲ verse 17 through to 18. 17-18 ਆਇਤ It talks about heavenly wisdom. ਉਹ ਸਵਰਗੀ ਬੁੱਧ ਦੀ ਗੱਲ ਕਰਦੀ ਹੈ। Now, look at the differences here. ਦੇਖੋ ਕਿੰਨਾ ਫਰਕ ਹੈ। This is what brings harmony to relationships. ਜਿਹੜੇ ਰਿਸ਼ਤੇ ਹਨ ਉਹਨਾਂ ਦੇ ਵਿੱਚ ਮੇਲ ਮਿਲਾਪ ਹੁੰਦਾ। In our churches, in our homes, at work. ਕੰਮ ਤੇ ਮੰਡਲੀ ਦੇ ਵਿੱਚ, ਘਰਾਂ ਦੇ ਵਿੱਚ ਏਕਤਾ ਹੁੰਦੀ। But I have to tell you something. ਮੈਂ ਤੁਹਾਨੂੰ ਇੱਕ ਗੱਲ ਦੱਸਦਾ। You cannot live this out or do this unless you are a born again Christian. ਤੁਹਾਡੇ ਲਈ ਗੱਲ ਇਹ ਆ ਕਿ ਤੁਸੀਂ ਇਹ ਸਭ ਕੁਝ ਨਹੀਂ ਕਰ ਸਕਦੇ ਜਿੰਨਾ ਚਿਰ ਤੁਹਾਡਾ ਨਵਾਂ ਜਨਮ ਨਹੀਂ It's ਹੋਇਆ। not just knowing the truth. ਇਹ ਨਹੀਂ ਹੈ ਕਿ ਸਿਰਫ ਸੱਚ ਨੂੰ ਜਾਣਨਾ It's embracing Christ. ਜੀ ਹਾਂ ਕਿ ਇਹ ਮਸੀਹ ਦੇ ਵਿੱਚ You have to be born again. ਹਾਂ ਜ਼ਰੂਰ ਹੈ ਕਿ ਤੁਹਾਡਾ ਨਵਾਂ ਜਨਮ ਹੋਣਾ ਚਾਹੀਦਾ। There needs to be a change of heart and mind. ਤਾਂ ਜ਼ਰੂਰ ਹੈ ਕਿ ਸਾਡਾ ਦਿਲ ਤੇ ਮਨ ਬਦਲਣਾ ਚਾਹੀਦਾ। A different way of thinking. ਸਾਡੀ ਸੋਚ ਜਿਹੜੀ ਉਹ ਬਦਲਣੀ A ਚਾਹੀਦੀ different ਹੈ। way of living. ਸਾਡਾ ਜੀਵਨ ਜਿਹੜਾ ਉਹ ਬਦਲਣਾ ਚਾਹੀਦਾ। This is why society is a mess. ਇਸੇ ਕਰਕੇ ਜਿਹੜਾ ਸਮਾਜ ਹੈਗਾ ਵਿਗੜਿਆ ਹੋਇਆ। This is why the workplaces are a mess. ਇਸੇ ਕਰਕੇ ਕੰਮਾਂ ਕਾਰਾਂ ਦੇ ਜਿਹੜੇ This ਰਿਸ਼ਤੇ is why families are a mess. ਇਸੇ ਕਰਕੇ ਪਰਿਵਾਰ ਜਿਹੜੇ ਹੈ ਵਿਗੜੇ ਹੋਏ There is confusion. ਉਲਝਣ ਹੈਗੇ ਆ। And this is why a lot of churches are a mess. ਬਹੁਤ ਸਾਰੇ ਮੰਡਲੀਆਂ ਵੀ ਇਸੇ ਤਰ੍ਹਾਂ ਉਲਝਣ Because they operate on worldly wisdom rather than heavenly wisdom. ਮੰਡਲੀਆਂ ਦੇ ਇਸ The ਕਰਕੇ word of ਉਲਝਣ God. ਹੈਗੇ ਆ ਕਿ ਤਣਾਵ ਹੈਗੇ ਆ ਕਿਉਂਕਿ ਉਹ ਦੁਨੀਆ ਦੀ ਬੁੱਧ ਨਾਲ ਚੱਲਦੇ ਆ, ਸਵਰਗੀ ਬੁੱਧ ਦੇ ਨਾਲ They're ਨਹੀਂ more ਚੱਲਦੇ। concerned about politics than saving people's souls from hell. ਉਹ ਜ਼ਿਆਦਾ ਗੱਲ ਇਹ ਕਰਦੇ ਆ ਕਿ ਜਿਹੜੇ ਸਿਆਸਤਦਾਨ ਲੋਕ ਆ ਉਹਨਾਂ ਦੇ ਬਾਰੇ ਗੱਲਾਂ ਕਰਦੇ ਆ, ਇਹਦੇ ਬਜਾਏ ਕਿ ਉਹ ਜਾਨਾਂ ਜਿਹੜੀਆਂ ਬਚਾਈਆਂ ਜਾਣ ਉਹਨਾਂ ਦੇ ਬਾਰੇ ਗੱਲ So ਕਰਦੇ। what does heavenly or godly wisdom look like? ਇਹ ਪਰਮੇਸ਼ਵਰ ਦੀ ਤੇ ਉੱਤਰੋਂ ਜਿਹੜੀ ਆਉਂਦੀ ਹੈ ਬੁੱਧ। Look at verse 17. 17ਵੀਂ ਆਇਤ ਦੇਖੀਏ। But the wisdom that is from above, so above it's from heaven, it's from God. ਪਰ ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ। Okay, so but it says in contrast to earthly wisdom, what is it like? ਇਹਦੇ ਜਿਹੜੀ ਦੁਨੀਆ ਦੀ ਬੁੱਧ ਹੈਗੀ ਹੈ ਉਹਦੇ ਖਿਲਾਫ ਇਹ ਆ ਪਵਿੱਤਰਤਾ ਦੀ ਬੁੱਧ। First of all, it is pure. ਪਹਿਲੀ ਗੱਲ ਹੈਗੀ ਕਿ ਉਹ ਪਵਿੱਤਰ ਹੈ। ਸਵਰਗੋਂ ਜਿਹੜੀ ਬੁੱਧ ਆਉਂਦੀ It is pure. ਖਾਲਸ ਹੈ। Now that word pure comes from a word that means it's unmixed. ਇਹਦਾ ਮਤਲਬ ਹੈ ਕਿ ਇਹਦੇ ਵਿੱਚ ਮਿਲਾਵਟ ਨਹੀਂ ਹੈ ਕੋਈ। It's untainted by other impurities, other metals. So we say this is pure gold. There's no other metal in there. It's pure gold. ਜਿਸ ਤਰ੍ਹਾਂ ਸੋਨੇ ਦੀ ਗੱਲ ਹੁੰਦੀ ਹੈਗੀ ਆ ਕਿ ਸੋਨਾ ਹੀ ਆ, ਬਿਲਕੁਲ ਖਾਲਸ ਸੋਨਾ ਹੈਗਾ ਆ, ਇਹਦੇ ਵਿੱਚ ਹੋਰ ਕੋਈ ਪਿੱਤਲ ਜਾਂ ਤਾਂਬਾ ਨਹੀਂ ਪਿਆ। So in the context of the passage, what it's saying is ਤੇ ਜੇ ਲਿਖਤਾਂ ਦੇ ਵਿੱਚ ਜਿਹੜੀ ਹੈਗੀ ਮਿਸਾਲ that ਗੱਲ it's ਕੀ free ਹੈ from earthly wisdom, from bitterness and jealousy and selfishness. ਇਹ ਹੈ ਕਿ ਜਿਹੜੇ ਕਿ ਬੁੱਧ ਹੈਗੀ ਉੱਤਰੋਂ ਆਉਂਦੀ ਉਹ ਤੋਂ ਇਹਦਾ ਜਿਹੜੀ ਦੁਨੀਆ ਦੀ ਬੁੱਧ ਹੈਗੀ ਆ, ਈਰਖਾ ਹੈਗੀ ਆ, ਜਲਨ ਹੈਗਾ ਆ, ਉਹ ਤੋਂ ਪਰੇ ਆ। And it's saying it's driven by pure motives, ਇਹ ਜਿਹੜਾ not ਹੈ selfishness or bitterness. ਇਹ ਵੀ ਜਿਹੜਾ ਇਨਸਾਨ ਹੈਗਾ ਹੈ ਜਿਹੜੀ ਬੁੱਧ ਉੱਪਰੋਂ ਆਉਂਦੀ ਹੈਗੀ ਆ ਉਹਦੇ ਦੁਆਰਾ ਚਲਾਇਆ ਜਾਂਦਾ। ਇਹ ਨਹੀਂ ਕਿ ਉਹ ਈਰਖਾ ਦੇ ਨਾਲ ਜਾ ਕੇ ਉਹ ਕੜਵੇ ਨਾਲ ਭਰਿਆ So ਹੋਇਆ। we strive to have pure motives, ਹਾਂ ਜ਼ਰੂਰ ਹੈ ਕਿ ਜਿਸ ਵੇਲੇ ਅਸੀਂ ਅਗਾਂਹ ਵੱਧਦੇ to ਹੈਗੇ do ਆ, what we are doing. ਜੋ ਕੁਝ ਅਸੀਂ ਕਰਦੇ ਹੈਗੇ ਆ ਉਹ ਪਵਿੱਤਰਤਾਈ ਦੇ ਨਾਲ ਹੋ ਕੇ Driven ਕਰਦੇ by ਆ। anger or jealousy, ਇਹਦੇ ਵਿੱਚ ਕੋਈ ਗੁੱਸਾ ਨਹੀਂ ਹੈਗਾ, ਨਾ ਕੋਈ ਜਲਸੀ ਹੈਗੀ ਆ। but good, heavenly, Godward intentions. ਪਰਮੇਸ਼ਵਰ ਤੋਂ ਜਿਹੜੀ ਉਹ ਬੁੱਧ ਆਉਂਦੀ ਹੈਗੀ ਆ ਉਹ ਖਾਲਸਪੁਣੇ ਦੇ ਵਿੱਚ ਹੋ ਕੇ ਬੁਰੇ ਖਿਆਲਾਂ ਦੇ ਨਾਲ ਅਸੀਂ ਚੱਲਦੇ, You know, ਚੰਗੇ ਖਿਆਲਾਂ ਨਾਲ on the ਚੱਲਦੇ ਆ। internet now, you can go into websites where there's lots of debates between Christians and Muslims. ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਮੁਸਲਮਾਨਾਂ ਦੇ ਤੇ ਕ੍ਰਿਸਚਨਾਂ ਦੇ ਵਿੱਚ ਬਹੁਤ ਬਹਿਸ ਹੋ ਰਹੀ ਹੈਗੀ ਹੈ। ਤੁਸੀਂ ਗੂਗਲ ਤੇ ਜਾ ਕੇ ਦੇਖ ਸਕਦੇ ਹੋ। And sometimes Muslims might degrade and demean Christians. ਕਈ ਵਾਰੀ ਮੁਸਲਮਾਨ ਵਿੱਚ ਜਿਸ ਵੇਲੇ ਗੱਲ ਕਰਦੇ ਹੈਗੇ ਆ, ਜਿਹੜੇ ਕ੍ਰਿਸਚਨ ਲੋਕ ਹੈਗੇ ਉਹਨਾਂ ਨੂੰ ਬਹੁਤ ਮਾੜਾ ਬਣਾ ਕੇ ਦਿਖਾਉਂਦੇ ਆ। I've been on the road here. I've had Muslims discussing and debating, yelling, literally yelling at me. ਜਿਸ ਵੇਲੇ ਇਹਨਾਂ ਨੇ ਕਈ ਮੁਸਲਮਾਨਾਂ ਨਾਲ ਗੱਲਬਾਤ ਕੀਤੀ ਹੈਗੀ ਪ੍ਰਭੂ ਦੇ ਬਾਰੇ, ਦੇਖ ਕੇ ਇਹਦੀ ਵੱਲ ਉੱਚੀ ਤਰ੍ਹਾਂ ਇਹਨੂੰ ਬੋਲਣ ਲੱਗ ਪੈਂਦੇ ਆ। But ਪਰ the Christian, instead of being gracious and godly and talking with integrity, ਜਿਹੜਾ ਵਿਸ਼ਵਾਸੀ ਹੈਗਾ ਇਹਦੇ ਬਜਾਏ ਕਿ ਉਹ
ਬੁੱਧ ਦੇ ਨਾਲ ਸਮਝਦਾਰੀ ਦੇ ਨਾਲ ਗੱਲ ਕਰੇ often become just as aggressive and demeaning. ਉਹਨਾਂ ਵਰਗਾ ਹੀ ਉਹਨਾਂ ਨੂੰ ਨੀਵਾਂ ਕਰਨ ਵਾਲੇ ਤੇ ਗੁੱਸੇ ਵਿੱਚ ਹੋ ਕੇ ਗੱਲ ਕਰਦਾ। We could, in a debate, win the argument but lose the person. ਅਸੀਂ Because of ਬਹਿਸ our bad ਕਰਕੇ behavior. ਅਸੀਂ ਉਹਨਾਂ ਨੂੰ ਬਹਿਸ ਦੇ ਵਿੱਚ ਤਾਂ ਹਰਾ ਸਕਦੇ ਹਾਂ, ਪਰ ਉਹਨੂੰ ਅਸੀਂ ਬਚਾ ਨਹੀਂ ਸਕਦੇ, ਉਹਨੂੰ ਗਵਾ ਦਿੰਦੇ ਹਾਂ। Because our motive is not to win them to Christ, but to win the argument to make ourselves look good. ਸਾਡਾ ਇਹਦੇ ਪਿੱਛੇ ਖਿਆਲ ਇਹ ਨਹੀਂ ਹੁੰਦਾ ਕਿ ਅਸੀਂ ਉਹਨਾਂ ਨੂੰ ਬਚਾਈਏ, ਪਰ ਇਸ ਵੇਲੇ ਗੁੱਸੇ 'ਚ ਆ ਕੇ ਅਸੀਂ ਕਹਿੰਦੇ ਹਾਂ ਕਿ ਉਹਦੇ ਨਾਲ ਜਿਹੜੀ ਬਹਿਸ ਹੈ ਉਹਦੇ ਵਿੱਚ ਮੈਂ ਜਿੱਤ ਜਾਵਾਂ। Even if we are right, ਭਾਵੇਂ ਅਸੀਂ ਸਹੀ ਵੀ ਹੋਈਏ, we become wrong because our behavior is ਕਿਉਂਕਿ bad. ਜੋ ਅਸੀਂ ਵਰਤਾਓ ਉਹਨਾਂ ਦੇ ਅੱਗੇ ਕਰਦੇ ਹੈਗੇ ਆ ਉਹਦੇ ਦੁਆਰਾ ਭਾਵੇਂ ਅਸੀਂ ਗੱਲ ਸਹੀ ਕਰਦੇ ਹਾਂ, ਪਰ ਅਸੀਂ ਗਲਤ ਬਣ ਜਾਂਦੇ ਹਾਂ। So wisdom that is from above ਜਿਹੜੀ ਉੱਤੋਂ ਵਿਦ ਆਉਂਦੀ ਹੈ, is talking here about pure motives. Why are we doing what we're doing? We're doing it for God's sake, for the Lord, not because of our own selfishness. ਜੋ ਕੁਛ ਅਸੀਂ ਕਰਦੇ ਹੈਗੇ ਆ ਉਹ ਪਵਿੱਤਰਤਾਈ ਦੇ ਵਿੱਚ ਹੋ ਕੇ ਕਰਦੇ ਆ, ਪਰਮੇਸ਼ਰ ਦੇ ਲਈ ਕਰਦੇ ਆ, ਆਪਣੇ ਆਪ ਦੇ ਲਈ ਨਹੀਂ ਕਰਦੇ। What else? ਹੋਰ ਕੀ? So it's pure, and it says after that in verse 17, then peaceable. Peaceable. ਸ਼ਾਂਤੀ ਵਾਲੀ, ਮਿਲਨਸਾਰ। Now, this doesn't mean to say we compromise the truth, ਇਹਦਾ just to ਮਤਲਬ ਇਹ ਨਹੀਂ keep ਹੈ the ਕਿ ਸੱਚਾਈ ਦੇ peace. ਵਿੱਚ ਅਸੀਂ ਜਿਹੜਾ ਕਿ ਸਮਝੌਤਾ ਕਰ ਲੈਂਦੇ ਆ। Sometimes if we stand up for the truth, ਸੱਚਾਈ ਦੇ ਲਈ ਅਸੀਂ ਜਿਸ ਵੇਲੇ ਖੜਦੇ ਆ, it'll cause war and friction. ਜ਼ਰੂਰ ਹੈ ਕਿ ਲੜਾਈ ਝਗੜੇ ਹੋਣਗੇ, Father against son, son against father, for the sake of Christ. ਪਿਓ ਪੁੱਤਰ ਦੇ ਖਿਲਾਫ, ਪੁੱਤਰ ਪਿਓ ਦੇ ਖਿਲਾਫ, ਘਮੰਡ ਦੇ ਕਰਕੇ ਖਿਲਾਫ ਹੋ ਜਾਣਗੇ। But if we are in Christ, ਪਰ ਜੇ ਅਸੀਂ ਮਸੀਹ ਦੇ ਵਿੱਚ ਹਾਂ, we are no longer at war with God. We are at peace with Him. ਫਿਰ ਸਾਡੇ ਪਰਮੇਸ਼ਰ ਦੇ ਨਾਲ ਵੈਰ ਵਿਰੋਧ ਨਹੀਂ ਹੈਗਾ, ਪਰ ਅਸੀਂ ਉਹਦੇ ਨਾਲ ਸ਼ਾਂਤੀ We ਦੇ have ਵਿੱਚ been ਹਾਂ। reconciled to God. ਪਰਮੇਸ਼ਰ ਦੇ ਨਾਲ ਸਾਡਾ ਮੇਲ ਮਿਲਾਪ ਹੋ And the ਚੁੱਕਾ। natural outflow of that peace with God is that we want to be at peace with others. ਪਰਮੇਸ਼ਰ ਦੇ ਨਾਲ ਜਿਸ ਵੇਲੇ ਸਾਡੀ ਸ਼ਾਂਤੀ ਆਉਂਦੀ ਹੋ ਜਾਂਦੀ ਆ, ਫਿਰ ਕੀ ਚਾਹੁੰਦੇ ਹੈਗੇ ਆ, ਸਾਡੀ ਇਹ ਖਿਆਲ ਹੁੰਦਾ ਕਿ ਅਸੀਂ ਦੂਸਰੇ ਦੇ ਨਾਲ ਵੀ ਸ਼ਾਂਤੀ ਦੇ ਨਾਲ ਰਹੀਏ, Even our enemies. ਆਪਣੇ ਦੁਸ਼ਮਣਾਂ ਦੇ ਨਾਲ ਵੀ ਅਸੀਂ ਸ਼ਾਂਤੀ ਦੇ ਨਾਲ ਰਹੀਏ। Paul says ਪੌਲੁਸ ਕਹਿੰਦਾ in Romans chapter 12 verse 18, ਰੋਮਾ 12:18 ਦੇ ਵਿੱਚ, as far as it is possible, live peaceably with all men. ਕਹਿੰਦਾ ਕਿ ਜਿੰਨਾ ਚਿਰ ਤੁਹਾਡੇ ਤੇ ਵਾਹ ਲੱਗਦੀ ਹੈਗੀ ਆ, ਸਾਰੇ ਇਨਸਾਨ ਦੇ ਨਾਲ ਸ਼ਾਂਤੀ ਦੇ ਵਿੱਚ ਰਹੋ। People may not want to be at peace with you, but you are to be at peace with them. ਹੋ ਸਕਦਾ ਕਿ ਲੋਕ ਜਿਹੜੇ ਹੈਗੇ ਤੁਹਾਡੇ ਨਾਲ ਸ਼ਾਂਤੀ ਦੇ ਨਾਲ ਨਾ ਪੇਸ਼ ਹੋਣ, ਪਰ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਉਹਨਾਂ And ਦੇ we should desire to want to be at peace with them. ਨਾਲ ਸਾਡੀ ਇੱਛਾ ਹੋਣੀ ਚਾਹੀਦੀ ਹੈ ਕਿ ਦੂਸਰੇ ਨਾਲ ਸ਼ਾਂਤੀ ਦੇ ਵਿੱਚ In other ਰਹੀਏ। words, we should desire harmonious relationships ਜ਼ਰੂਰ ਹੈ ਕਿ ਸਾਡੀ ਇੱਛਾ ਹੋਣੀ ਚਾਹੀਦੀ ਆ ਕਿ ਹਾਂ ਕਿ ਜਿਹੜਾ ਰਿਸ਼ਤਾ ਹੈਗਾ ਆ ਉਹਦੇ ਵਿੱਚ ਮੇਲ ਮਿਲਾਪ from ਹੋਵੇ, ਸ਼ਾਂਤੀ our ਹੋਵੇ। side as Christians. ਸਾਡੀ ਜ਼ਿੰਮੇਵਾਰੀ ਹੈ ਵਿਸ਼ਵਾਸੀ ਹੁੰਦੇ Don't ਹੋਏ। look for quarrels, don't be contentious. Try to be at peace. ਇਹ ਨਾ ਹੋਵੇ ਲੜਾਈ ਝਗੜੇ ਹੋਣ ਜਾ ਕੇ ਦੂਸਰੇ ਨਾਲ ਬਹਿਸ ਕਰੀਏ, ਪਰ ਸ਼ਾਂਤੀ Jesus ਵਿੱਚ ਰਹੀਏ। said, blessed are the peacemakers. ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜਿਹੜੇ ਸ਼ਾਂਤੀ ਮੇਲ ਮਿਲਾਪ ਕਰਾਉਂਦੇ ਹਨ ਉਹ ਧਨ ਹਨ। Yeah, relationships will be strained. ਜ਼ਰੂਰ ਹੈ ਕਿ ਜਿਹੜੇ ਰਿਸ਼ਤੇਦਾਰੀ ਆ ਉਹ ਖਿੱਚ ਪਾਉਂਦੀ But ਆ, from your side, seek to be at peace. ਪਰ ਆਪਣੀ ਵੱਲੋਂ ਇਹ ਬਾਹ ਲਾਓ ਕਿ ਅਸੀਂ ਸ਼ਾਂਤੀ ਦੇ ਵਿੱਚ ਉਹਨਾਂ ਨਾਲ ਰਹੀਏ। There were two brothers. ਦੋ ਭਰਾ ਸੀ, They lived on adjoining farms. ਇੱਕ So they bucked on each other, their farms. ਉਹ ਇੱਕ ਦੂਸਰੇ ਦੇ ਗੁਆਂਢੀ ਸੀਗੇ, ਉਹਨਾਂ ਦੇ ਖੇਤਬਾੜੀ ਸੀ। One day they had a massive quarrel. ਇੱਕ ਦਿਨ ਉਹਨਾਂ ਦਾ ਬਹੁਤ ਵੱਡੀ ਲੜਾਈ ਹੋਈ। And they used to share everything. ਸਭ ਕੁਝ ਉਹ ਵੰਡਦੇ ਸੀਗੇ ਪਹਿਲਾਂ, But now ਹੁਣ they didn't talk to each other. ਹੁਣ ਉਹ ਬੋਲਣਾ ਵੀ ਬੰਦ ਕਰਤਾ। One day the elder brother ਜਿਹੜਾ ਛੋਟਾ ਭਰਾ ਸੀ called a carpenter ਉਹਨੇ ਇੱਕ ਲਹਾਰ ਨੂੰ and took him to ਸੱਦਿਆ। the back of the house. ਉਹ ਪਿੱਛੇ ਲੱਗਿਆ, And he said, look at this. ਉਹ ਤਰਖਾਣ ਨੂੰ This is ਸੱਦਿਆ where ਉਹਨੇ। the two farms meet. ਹੁਣ ਜਿੱਥੇ ਉਹਨਾਂ ਦੇ ਜਿਹੜੇ ਖੇਤ ਸੀਗੇ ਉਹ ਇਕੱਠੇ ਹੁੰਦੇ Look at my younger brother. He's taken a bulldozer and he's made a massive, massive trench to separate the two farms. ਉਹਨੇ ਕੀ ਕੀਤਾ, ਬਹੁਤ ਵੱਡੇ ਲੌਰੀ ਲਿਆਂਦੀ ਜਿਹੜੀ ਕਿ ਉਹ ਪੱਟ ਦਿੰਦੀ ਸਾਰਾ ਕੁਝ, ਉਹਨੇ ਪੱਟ ਕੇ ਵੱਡਾ ਸਾਰਾ ਉਹ 'ਚ ਹੱਡ ਪਾਤਾ। The older brother was really angry and bitter. ਕਿਉਂਕਿ ਉਹਦੇ ਦਿਲ ਵਿੱਚ ਬਹੁਤ ਗੁੱਸਾ ਸੀ ਤੇ ਕੜਵਾ And he ਸੀ। said to the carpenter, ਉਹਨੇ ਉਹ ਜਿਹੜਾ ਕਿ ਤਰਖਾਣ ਸੀ, I want you to build a big fence in the ditch so that I can never see my brother's face again. ਉਹਨੇ to ਤਰਖਾਣ ਨੂੰ separate ਕਿਹਾ them. ਕਿ ਸਭ ਤੋਂ ਵੱਡੀ ਉੱਚੀ ਬਾੜ ਲਾ ਦੇ ਤਾਂ ਕਿ ਮੇਰੇ ਭਰਾ ਦਾ ਮੈਨੂੰ ਮੂੰਹ ਨਾ ਦਿਸੇ। So the carpenter worked all day. ਉਹਨੇ ਸਾਰੀ ਦਿਹਾੜੀ ਲਾਤੀ ਉਹ ਬਾੜ ਬਣਾਉਣ 'ਚ। When he finished,
ਜਿਸ ਵੇਲੇ ਖਤਮ The ਕੀਤਾ elder brother came ਵੱਡਾ ਭਰਾ ਆਇਆ and he looked, ਉਹਨੇ ਦੇਖਿਆ and there was no fence there. ਉੱਥੇ ਫੈਂਸ ਹੈ ਨਹੀਂ ਸੀ Instead, the carpenter had built a bridge over ਉਹਨੇ the trench. ਬਾੜ ਲਾਉਣ ਦੀ ਬਜਾਏ ਉਹ ਜਿਹੜਾ ਕਾਰਪੈਂਟਰ ਸੀਗਾ ਉਹਨੇ ਇੱਕ ਪੁਲ ਬਣਾਤਾ The young brother saw this. He came and he saw what was going on. He saw the bridge. ਜਿਹੜਾ ਛੋਟਾ ਭਰਾ ਸੀ ਉਹਨੇ ਦੇਖਿਆ ਕਿ ਉਹਨੇ ਤੇ ਪੁਲ ਬਣਾਤਾ And he was moved to tears. ਵੱਡਾ ਭਰਾ ਜਿਹੜਾ ਜਿਸ ਵੇਲੇ ਦੇਖਿਆ ਉਹਨੇ ਅੱਖਾਂ That ਚ ਹੋ ਗਏ my older brother should do such a thing, a kind thing, ਮੇਰੇ ਵੱਡੇ ਭਰਾ ਨੇ ਇਹ ਕਿੰਨੀ ਸੋਹਣੀ ਗੱਲ ਕੀਤੀ and not hold a grudge. ਵੀ ਉਹ ਮੇਰੇ ਦਿਲ ਦੇ ਉਹਨਾਂ ਆਪਣੇ ਦਿਲ ਦੇ ਵਿੱਚ ਕੋਈ ਗੱਲ And the ਫੜ ਕੇ younger ਨਹੀਂ brother ਰੱਖੀ। walked on the bridge. The younger one. Yeah, towards his ਜਿਹੜਾ brother. ਛੋਟਾ ਭਰਾ ਸੀਗਾ ਫਿਰ ਉਹ ਪੁਲ ਦੇ ਉੱਤੋਂ ਦੀ ਤੁਰ And ਕੇ the ਗਿਆ older one walked on the bridge from the other side. ਤੇ ਦੂਸਰਾ ਵੱਡਾ ਭਰਾ ਜਿਹੜਾ ਸੀਗਾ ਦੂਸਰੇ ਪਾਸਿਓਂ ਉਸ ਪੁਲ ਤੇ ਅੱਧ ਵਿਚਕਾਰ And ਮਿਲੇ they embraced and they wept and they cried and they were reconciled. ਫਿਰ ਉਹਨਾਂ ਨੇ ਇੱਕ ਦੂਸਰੇ ਨੂੰ ਜੱਫੀ ਪਾਈ ਫਿਰ ਰੋਣ ਲੱਗੇ ਫਿਰ ਉਹ ਬਹੁਤ ਪਿਆਰ ਨਾਲ ਮਿਲੇ ਤੇ ਫਿਰ ਉਹਨਾਂ ਦਾ ਮੇਲ ਮਿਲਾਪ ਹੋ ਗਿਆ Christians are not to be builders of fences. ਵਿਸ਼ਵਾਸੀ ਲੋਕ ਜਿਹੜੇ ਹੈਗੇ ਆ ਇਹ ਨਾ ਹੋਣ ਕਿ ਉਹ ਬਾੜਾਂ ਬਣਾਉਣ ਵਾਲੇ ਹੋਣ So we never see the person's face. ਤਾਂ ਕਿ ਅਸੀਂ ਕਿਸੇ ਦਾ ਮੂੰਹ ਨਾ ਦੇਖੀਏ Christians are to be bridge builders. ਜਿਹੜੇ ਵਿਸ਼ਵਾਸੀ ਲੋਕ ਹਨ ਉਹ ਪੁਲ ਬਣਾਉਣ ਵਾਲੇ ਹੋਣ We are not to be peace breakers, but Jesus says you are to be peace makers. ਅਸੀਂ ਸ਼ਾਂਤੀ ਨੂੰ ਤੋੜਨ ਵਾਲੇ ਨਾ ਹੋਈਏ ਪਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਸ਼ਾਂਤੀ Blessed are the peacemakers. ਧੰਨ ਹਨ ਉਹ ਜਿਹੜੇ ਕਿ ਸ਼ਾਂਤੀ ਮੇਲ ਮਿਲਾਪ ਕਰਾਉਣ ਵਾਲੇ ਹਨ We are to long for peace and reconciliation. ਜ਼ਰੂਰ ਹੈ ਕਿ ਸਾਡੇ ਵਿੱਚ ਇੱਕ ਮੇਲ ਮਿਲਾਪ ਹੋਵੇ ਕਿ ਹਾਂ ਕਿ ਸਾਡੇ ਵਿੱਚ ਸ਼ਾਂਤੀ ਹੋਵੇ That is heavenly wisdom. ਇਹ ਸਵਰਗ ਦੀ ਬੁੱਧ ਹੈ If you want harmonious relationships. ਜੇ ਸਾਡੇ ਰਿਸ਼ਤੇਦਾਰੀ ਦੇ ਵਿੱਚ ਸ਼ਾਂਤੀ And we ਹੋਣੀ don't wait for them to be at peace. We take the initiative to be ਇਹ ਨਾ ਹੋਵੇ ਕਿ ਅਸੀਂ peacemakers. ਉਹਨਾਂ ਤੇ ਆਸ ਰੱਖੀਏ ਉਹ ਆ ਕੇ ਸਾਡੇ ਨਾਲ ਸ਼ਾਂਤੀ ਮੇਲ ਮਿਲਾਪ ਕਰਨ ਅਸੀਂ ਪਹਿਲਾ ਕਦਮ ਚੱਕੀਏ What else? ਹੋਰ ਕੀ ਗੱਲ It says gentle. ਨਰਮਾਈ Now this word is not easy to translate. ਇਹ ਸੌਖਾ ਨਹੀਂ ਹੈਗਾ It's knowing how to forgive when we have the right to condemn. ਜਿਸ ਵੇਲੇ ਸਾਡੇ ਕੋਲ ਹੱਕ ਹੁੰਦਾ ਕਿ ਦੂਸਰੇ ਨੂੰ ਦੋਸ਼ੀ ਠਹਿਰਾਈਏ ਉਸ ਵੇਲੇ ਅਸੀਂ ਨਰਮਾਈ ਦਿਖਾਈਏ Let me give you an illustration which I found in a commentary on James. ਜੇਮਸ ਦੇ ਬਾਰੇ ਕਿਸੇ ਨੇ ਕੋਈ ਗੱਲ ਕਹੀ ਸੀਗੀ It says, imagine there's a hard-working mother. She's a widow. ਇੱਕ ਔਰਤ ਹੈਗੀ ਆ ਵਿਧਵਾ ਹੈਗੀ ਆ ਉਹ ਬਹੁਤ ਮਿਹਨਤ She ਕਰਦੀ has ਆ 3 small children. ਤਿੰਨ ਚਾਰ ਉਹਦੇ ਬੱਚੇ ਹਨ She lives in your house, but she rents from you. ਤੁਸੀਂ ਕਿਰਾਏ ਤੇ ਉਹਨੂੰ ਕਮਰਾ ਦਿੱਤਾ ਹੋਇਆ But then she becomes ill, ਉਹ ਬਿਮਾਰ ਹੋ ਜਾਂਦੀ and her income is cut off. ਤੇ ਜਿਹੜਾ ਉਹਦਾ ਤਨਖਾਹ ਸੀ ਪੈਸਾ ਆਉਂਦਾ ਸੀ ਉਹ And she ਖਤਮ ਹੋ goes ਗਿਆ into debt, and she can't pay the rent. ਉਹ ਕਰਜ਼ੇ ਥੱਲੇ ਬਹੁਤ ਆ ਗਈ ਕਿਰਾਇਆ ਨਹੀਂ ਦੇ ਸਕਦੀ ਸੀ ਘਰ The ਦਾ law says ਜਿਹੜਾ ਕਾਨੂੰਨ you ਕਹਿੰਦਾ have every right to throw her out of the house ਕਾਨੂੰਨ ਕਹਿੰਦਾ ਕਿ ਤੁਹਾਡਾ ਘਰ ਹੈਗਾ ਆ ਜੇ ਉਹ ਕਿਰਾਇਆ ਨਹੀਂ ਦੇ ਸਕਦੀ ਬਾਹਰ ਉਹਨੂੰ ਸੁੱਟ ਸਕਦੇ ਆ। because she hasn't paid the rent, and she's built up a large debt. ਤੇ ਉਹ ਬਹੁਤ ਕਰਜ਼ੇ ਥੱਲੇ ਹੈਗੀ ਆ ਤੁਹਾਡਾ ਪੈਸਾ ਬਹੁਤ ਦੇਣਾ ਹੈਗਾ But ਪੈਸਾ you ਨਹੀਂ ਦੇ ਸਕਦੀ see the woman's plight, ਪਰ ਉਹਦੀ ਜਿਹੜੀ ਮੁਸ਼ਕਲ ਹੈਗੀ ਉਹ ਦੇਖੋ and there's empathy. ਫਿਰ ਉਹਦੇ ਤੇ ਤਰਸ ਆਉਂਦਾ And instead of throwing her out onto the streets, ਇਹਦੇ ਬਜਾਏ ਕਿ ਉਹਨੂੰ ਸੜਕ ਦੇ ਉੱਤੇ ਬਾਹਰ ਕੱਢ ਦਿੱਤਾ ਜਾਵੇ you are gentle. ਉਹਦੇ ਨਾਲ ਨਰਮਾਈ ਕਰੋ You allow her to stay. ਤੇ ਉਹਨੂੰ ਇਹ ਹੋਣ ਦਿੱਤਾ ਕਿ ਉਹ And ਘਰ you ਦੇ ਵਿੱਚ help her ਰਹੇ। through her difficulties, and you make provision for her. ਮੁਸ਼ਕਲ ਸਮੇਂ ਜਿਹੜੀਆਂ ਉਹਦੀਆਂ ਲੋੜਾਂ ਆ ਉਹ ਤੁਸੀਂ ਪੂਰੀਆਂ ਕਰੋ ਉਹਦੀ ਮਦਦ ਕਰੋ Justice says you can, the law is on your side, you could throw her out. You have the right to do it. ਇਨਸਾਨੀਅਤ ਦਿਖਾਲਣੀ ਹੈਗੀ ਆ ਕਾਨੂੰਨ ਜਿਹੜਾ ਕਹਿੰਦਾ ਹੈਗਾ ਆ ਤੁਸੀਂ ਉਹਨੂੰ ਬਾਹਰ ਸੁੱਟ ਸਕਦੇ ਆ ਸੜਕ ਦੇ ਉੱਤੇ ਪਰ ਇਨਸਾਨੀਅਤ ਜਿਹੜੀ ਹੈ ਕਹਿੰਦੇ ਘਰ ਰੱਖ Gentleness here is tempered with mercy ਨਰਮਾਈ ਜਿਹੜੀ ਆ ਜਿਸ ਵੇਲੇ ਦਿਖਾਲਦੇ ਆ ਉਹਦੇ ਵਿੱਚ ਅਸੀਂ ਦਇਆ ਵੀ ਦਿਖਾਲਦੇ ਆ and is willing to forgive ਮਾਫ ਵੀ ਕਰਦੇ ਹਾਂ even enemies. ਦੁਸ਼ਮਣਾਂ ਨੂੰ ਵੀ ਮਾਫ ਕਰਦੇ ਹਾਂ When justice says they must be condemned, ਜਿਸ ਵੇਲੇ ਇਨਸਾਫ ਕਰ ਅਸੀਂ ਮੰਗਦੇ ਹਾਂ ਕਿ ਹਾਂ ਕਿ ਇਹਨਾਂ ਨੂੰ ਤਾਂ ਸਜ਼ਾ ਦਿੱਤੀ ਜਾਣੀ and we ਚਾਹੀਦੀ have ਹੈ every right to condemn ਹਾਂ them. ਜ਼ਰੂਰ ਆ ਕਿ ਮੇਰੇ ਕੋਲ ਹੱਕ ਹੈਗਾ ਕਿ ਇਹਨੂੰ ਸਜ਼ਾ ਦੇਵਾਂ But there's gentleness. ਪਰ ਨਰਮਾਈ And we see this displayed ultimately at Calvary. ਇਹ ਨਰਮਾਈ ਜਿਹੜੀ ਹੈਗੀ ਆ ਅਸੀਂ ਹੱਦ ਤੱਕ ਦੇਖਦੇ ਹਾਂ ਜਿਸ ਵੇਲੇ ਪ੍ਰਭੂ ਯਿਸੂ God ਮਸੀਹ has ਤੇ ਗਿਆ every right to condemn us. ਪ੍ਰਭੂ ਦੇ ਪਰਮੇਸ਼ਰ ਦੇ ਕੋਲ ਹੱਕ ਸੀਗਾ ਕਿ ਸਾਨੂੰ ਉਹ We ਦੋਸ਼ੀ sin ਠਹਿਰਾਵੇ against him. Justice says, the law says, we deserve hell. ਜਹਾਂ ਜ਼ਰੂਰ ਹੈ ਕਿ ਜਿਹੜਾ ਇਨਸਾਫ ਹੈ ਪਰਮੇਸ਼ਰ ਮੰਗਦਾ ਉਹ ਕਹਿੰਦਾ ਕਿ ਇਹਨੂੰ ਨਰਕ ਜਾਣਾ But ਚਾਹੀਦਾ his justice is tempered with
mercy and He forgives us. ਪਰਮੇਸ਼ਵਰ ਦੀ ਜਿਹੜੀ ਇਨਸਾਫ ਹੈਗਾ ਉਹਦੇ ਵਿੱਚ ਨਰਮਾਈ ਹੈਗੀ ਆ, ਦਇਆ ਹੈਗੀ ਆ, ਕਿਰਪਾ ਹੈਗੀ ਆ Through the Lord Jesus Christ. ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ। And we are to imitate this if we want harmony. ਜੇ ਅਸੀਂ ਚਾਹੁੰਦੇ ਹਾਂ ਕਿ ਮੇਲ ਮਿਲਾਪ ਦੇ ਵਿੱਚ ਅਸੀਂ ਰਹੀਏ, ਇਹ ਸਾਨੂੰ ਸਾਰੀਆਂ ਗੱਲਾਂ ਚਾਹੀਦੀਆਂ। Brother, sister, these things are unheard of. ਇਹ ਗੱਲਾਂ ਜਿਹੜੀਆਂ ਹੈਗੀਆਂ ਕਦੀ ਸੁਣੀਆਂ ਵੀ ਨਹੀਂ ਸੀ। The world doesn't operate on this level here. ਇਸ ਦਰਜੇ ਤੇ ਦੁਨੀਆ ਜਿਹੜੀ ਉਹ ਨਹੀਂ ਚੱਲਦੀ। But many believers don't even. ਬਹੁਤ ਸਾਰੇ ਵਿਸ਼ਵਾਸੀ ਉਹ ਵੀ ਨਹੀਂ ਚੱਲਦੇ ਇਸ ਦਰਜੇ We ਤੇ। operate on a worldly level. ਕਿਉਂਕਿ ਉਹ ਜਿਹੜੇ ਲੋਕ ਹੈਗੇ ਆ ਦੁਨੀਆ ਦੇ ਬਰਾਬਰ But ਚੱਲਦੇ ਹਨ। real Christianity is counter-cultural. ਜਿਹੜੀ ਅਸਲੀ ਮਸੀਹਤ ਹੈ ਉਹ ਜਿਹੜੇ ਇੱਕ ਸਮਾਜ It ਹੈਗੇ ਉਹਦੇ operates ਖਿਲਾਫ on a different level altogether. ਹੈ। ਉਹ ਬਿਲਕੁਲ ਦੁਨੀਆ ਦੇ ਦਰਜੇ ਤੋਂ ਉੱਚੇ ਦਰਜੇ ਤੇ ਹੈ। And it tests us to our very core. ਉਹ ਜਿਹੜਾ ਪਰਖਿਆ ਜਾਣਾ ਹੈਗਾ ਸਾਡੇ ਦਿਲ ਦੀ ਡੂੰਘਾਈ ਦੇ ਤੱਕ ਪਰਖਿਆ ਜਾਂਦਾ। What else? ਹੋਰ ਕੀ? Willing to yield. ਜ਼ਰੂਰ ਹੈ ਕਿ ਅਸੀਂ ਨੀਵੇਂ ਹੋਈਏ। Or the translation is open to reason. ਹਾਂ It's ਕਿ reasonable. ਗੱਲਬਾਤ ਵੀ ਕਰੀਏ ਅਸੀਂ। That's in other translations. ਇਹ ਦੂਸਰਾ ਤਰਜਮਾ ਹੈਗਾ। The wisdom of the world says, be stubborn, ਦੁਨੀਆ ਦੇ ਬੁੱਧ ਕਹਿੰਦੀ ਹੈਗੀ ਹਾਂ ਕਿ ਤੁਸੀਂ ਉਹਨਾਂ ਨੂੰ ਆਕੜੋ, be awkward. ਉਹਨਾਂ ਨੂੰ ਬੁਰਾ The wisdom of God ਪਰਮੇਸ਼ਵਰ ਦੀ ਜਿਹੜੀ ਬੁੱਧ ਹੈ says, when you know you are wrong, ਜਿਸ ਵੇਲੇ ਤੁਸੀਂ ਜਾਣਦੇ ਕਿ ਤੁਸੀਂ ਗਲਤ ਹੋ, be willing to yield to it and admit it. ਜਹਾਂ ਜ਼ਰੂਰ ਹੈ ਕਿ ਉਹਦੇ ਅੱਗੇ ਤੁਸੀਂ ਨੀਵਾਂ ਹੋ ਕੇ ਆਪਣੀ ਗਲਤੀ ਜਿਹੜੀ ਹੈ ਮੰਨ ਲਓ। Do what is right in God's sight. ਜੋ ਕੁਝ ਕਰਦੇ ਆ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਸਹੀ ਕਰੋ। Let's say you're at home, ਘਰ ਦੇ ਵਿੱਚ ਹੋ ਤੁਸੀਂ, husband, wife. ਪਤੀ ਪਤਨੀ, You have an argument. ਤੁਹਾਡੀ ਬਹਿਸ ਹੁੰਦੀ Or ਹੈ। child or parent. ਹੋ ਸਕਦਾ ਬੱਚੇ ਦਾ ਮਾਪਿਓ ਨਾਲ There's a disagreement. ਆਪਸ ਵਿੱਚ ਉਹਨਾਂ ਦੀ ਗੱਲ ਨਹੀਂ ਬਣਦੀ, And you stop talking to each other. ਇੱਕ ਦੂਸਰੇ ਨਾਲ ਗੱਲਬਾਤ ਬੰਦ ਕਰ And you ਦਿੰਦੇ begin to sulk. ਫਿਰ ਕੀ ਅਸੀਂ ਮੂੰਹ And ਲੰਮਾ ਕਰ you ਲੈਂਦੇ ਆ। become stubborn. ਫਿਰ ਤੁਸੀਂ ਔਖੇ ਹੋਣ ਲੱਗ ਪੈਂਦੇ ਆ। Not my fault. ਮੇਰੀ ਤਾਂ ਨਹੀਂ ਸੀ ਗਲਤੀ, I'm not going to talk. ਮੈਂ ਨਹੀਂ ਗੱਲ ਕਰਨੀ ਤੇਰੇ ਨਾਲ। You're in your world and they're in their world. ਤੂੰ ਆਪਣੀ ਦੁਨੀਆ 'ਚ ਰਹਿੰਦਾ, ਅਸੀਂ ਆਪਣੀ ਦੁਨੀਆ 'ਚ ਰਹਿੰਦੇ ਆ। Then you do something awful. ਫਿਰ ਕੋਈ ਗਲਤ ਕੰਮ ਕਰ You ਦਿੰਦੇ talk to each other through the kids. ਫਿਰ ਬੱਚਿਆਂ ਦੇ ਦੁਆਰਾ ਅਸੀਂ ਇੱਕ ਦੂਸਰੇ ਨਾਲ ਗੱਲ ਕਰਨ ਲੱਗ ਪੈਂਦੇ ਆ। Tell your mom ਆਪਣੀ we ਮਾਂ ਨੂੰ need ਜਾ to go ਕੇ shopping. ਸ਼ਾਪਿੰਗ ਕਰੇ। Tell your dad to hurry up. ਆਪਣੀ ਮਾਂ ਨੂੰ, ਆਪਣੇ ਪਿਓ ਨੂੰ ਕਹਿ ਕੇ ਉਹ ਜਲਦਬਾਜ਼ੀ ਕਰੇ। This is a terrible thing. ਕਿੱਡੀ ਵੱਡੀ ਬੁਰੀ ਗੱਲ ਆ। Willing to yield ਇੱਕ ਦੂਸਰੇ ਦੇ ਨੀਵੇਂ ਨਹੀਂ ਹੋਣਾ। is seeing your fault and bending to what is right. ਜੋ ਕੁਛ ਅਸੀਂ ਗਲਤ ਕਰਦੇ ਹੈਗੇ ਆ, ਜਿਹੜੀ ਸੱਚਾਈ ਹੈ ਉਹਦੇ ਅੱਗੇ ਅਸੀਂ ਨੀਵਾਂ ਨਹੀਂ ਹੋਣਾ ਚਾਹੁੰਦੇ। And submitting to God and seeking reconciliation. ਪਰਮੇਸ਼ਵਰ ਦੀ ਅਸੀਂ ਅੱਗੇ ਜਾ ਕੇ ਉਹ ਤੋਂ ਮੰਗਦੇ ਨਹੀਂ ਹੈ ਕਿ ਅਸੀਂ ਸੁਲ੍ਹਾ ਕਰ ਲਈਏ। And men, let me say something to you. ਮਨੁੱਖ ਜਿਹੜੇ ਆਦਮੀ ਜਿਹੜੇ ਹੈਗੇ ਉਹਨੂੰ ਮੈਂ ਕਹਿੰਦਾ, We say we're the head of the home. ਅਸੀਂ ਕਹਿੰਦੇ ਆ ਘਰਾਂ ਦੇ ਵਿੱਚ ਮੈਂ ਤਾਂ ਘਰ ਦਾ ਸਿਰ ਹਾਂ। Are we? ਕੀ ਅਸੀਂ ਸੱਚ ਸਿਰ ਹਾਂ? Last time when you had an argument, ਜਿਸ ਵੇਲੇ ਪਿਛਲੀ ਵਾਰ ਤੁਸੀਂ ਬਹਿਸ ਹੋਈ ਸੀ, even if you were right and she was wrong, ਭਾਵੇਂ ਤੁਸੀਂ ਜਿਹੜੇ ਮਨੁੱਖ ਆਦਮੀ ਹਨ ਸਹੀ and ਸੀ there's stalemate, you're not talking to each other. ਇਸ ਤੋਂ ਬਾਅਦ ਗੱਲ ਹੋ ਗਈ ਕਿ ਅਸੀਂ ਇੱਕ ਦੂਸਰੇ ਨਾਲ ਬੋਲਣਾ ਨਹੀਂ। Leadership says, ਆਗੂਆਪਨ ਕਹਿੰਦਾ ਹੈ, you as the man take the initiative and go to your wife and say, let's sort this out. You're the man. You take the initiative. ਤੂੰ ਆਦਮੀ ਹੈਗਾ, ਘਰ ਦਾ ਸਿਰ ਹੈਗਾ ਆ, ਤੇਰੀ ਜ਼ਿੰਮੇਵਾਰੀ ਹੈ ਕਿ ਤੂੰ ਪਹਿਲਾ ਕਦਮ ਚੱਕ ਕੇ ਜਾ ਕੇ ਆਪਣੀ ਪਤਨੀ ਦੇ ਕੋਲ ਕਹੀ ਵੀ ਆਪਾਂ ਜਿਹੜੀ ਗੱਲ ਹੈਗੀ ਇਹਦਾ ਨਿਬੇੜਾ। And if it's your wife that always has to do it, then you are no Christian leader. ਜੇ ਆਦਮੀ ਹੋ ਕੇ ਇਹ ਨਹੀਂ ਕਰਦਾ ਹੈਗਾ ਤੇ ਤੁਸੀਂ ਵਿਸ਼ਵਾਸੀ ਨਹੀਂ ਹੋ। It means here that we are easily persuaded. ਇੱਥੇ ਇਹ ਲਿਖਿਆ ਕਿ ਹਾਂ ਕਿ ਅਸੀਂ ਜਲਦਬਾਜ਼ੀ ਦੇ ਵਿੱਚ ਅਸੀਂ ਬਦਲ ਜਾਂਦੇ ਹਾਂ, We yield. ਅਸੀਂ ਨੀਵੇਂ ਹੋ ਜਾਂਦੇ ਹਾਂ। Even if we are wrong, we want reconciliation. ਭਾਵੇਂ ਅਸੀਂ ਗਲਤ ਵੀ ਹੋਈਏ ਫਿਰ ਵੀ ਅਸੀਂ ਫੈਸਲਾ ਨਹੀਂ ਕਰਨਾ ਚਾਹੁੰਦੇ। These things do not exist in any other religion or in the philosophy and the thinking of the world. ਦੁਨੀਆ ਦੀ ਸੋਚ, ਦੁਨੀਆ ਦੀ ਜਿਹੜੀ ਬੁੱਧ ਹੈਗੀ ਆ, ਦੁਨੀਆ ਦੇ ਵਿੱਚੋਂ ਇਹੋ ਜਿਹੀਆਂ ਗੱਲਾਂ ਸਾਨੂੰ ਨਹੀਂ ਮਿਲਦੀਆਂ। Even in psychology, it comes nowhere near this. ਸਾਈਕੋਲੋਜੀ ਜਿਹੜੇ ਇੱਕ ਦਿਮਾਗੀ ਹੈਗੇ ਆ, ਉਹ ਵੀ ਇਹ ਗੱਲਾਂ ਨਹੀਂ ਦੱਸ ਸਕਦੇ। Modern psychology is all about you. It's all about me. It's all about doing what is right for me.
not doing what is right before God. ਸਾਈਕੋਲੋਜੀ ਜਿਹੜੀ ਹੈਗੀ ਆ ਲੋਕੀ ਜਿਹੜੇ ਉਹਨਾਂ ਕੋਲ ਜਾ ਕੇ ਬੈਠ ਕੇ ਗੱਲਬਾਤ ਕਰਦੇ ਹੈਗੇ ਆ ਉਹਦੇ ਵਿੱਚ ਇਹੀ ਸਿਖਾਇਆ ਜਾਂਦਾ ਮੇਰੇ ਬਾਰੇ ਸਾਰੀ ਗੱਲ ਹੁੰਦੀ. Fifthly, what else? ਹੋਰ Full ਕੀ? of mercy and good fruit. ਇਹਦੇ ਵਿੱਚ ਦਇਆ ਵੀ ਹੈਗੀ ਆ ਤੇ ਅੱਛਾ ਫਲ ਵੀ God ਹੈ. has been merciful to us. ਪਰਮੇਸ਼ਰ ਸਾਡੇ ਤੇ We ਦਇਆਵਾਨ do not ਹੋਇਆ. deserve His mercy. ਉਹਦੀ ਦਇਆ ਦੇ We ਅਸੀਂ ਕੰਮ deserve ਨਹੀਂ ਹੈ. condemnation. ਸਿਰਫ ਸਾਡੇ ਤੇ ਦੰਡ ਹੋਣਾ And if ਚਾਹੀਦਾ. we really understand God's mercy, we will be merciful to others. ਜੇ ਪਰਮੇਸ਼ਰ ਦੀ ਦਇਆ ਨੂੰ ਅਸੀਂ ਸਮਝ ਜਾਈਏ ਫਿਰ ਅਸੀਂ ਦੂਸਰਿਆਂ ਉੱਤੇ ਵੀ ਦਇਆ ਕਰ Again, ਸਕਦੇ this ਹਾਂ. is the natural outflow of God's mercy to us. We'll be merciful to others. ਇਹ ਅਸਲੀਅਤ ਹੈ ਕਿ ਜਿਸ ਵੇਲੇ ਪਰਮੇਸ਼ਰ ਦੀ ਦਇਆ ਨੂੰ ਅਸੀਂ ਜਾਣ ਲੈਂਦੇ ਹਾਂ ਫਿਰ ਉਹ ਦਇਆ ਜਿਹੜੀ ਹੈਗੀ ਸਾਡੇ ਵਿੱਚ ਹੋ ਕੇ ਦੂਸਰਿਆਂ ਤੱਕ ਅਸੀਂ ਦਇਆ ਕਰ And ਸਕਦੇ ਹਾਂ. mercy is expressed in good fruit. We've seen that what he's talking about. He's talking about be a doer of the word, be compassionate towards widows and orphans and so on. ਅਸੀਂ ਦੇਖਿਆ ਹੈਗਾ ਕਿ ਇਹਦੇ ਦੁਆਰਾ ਜਿਹੜੀ ਦਇਆ ਅਸੀਂ ਦੂਸਰੇ ਦੇ ਕਰਦੇ ਹੈਗੇ ਆ ਵਿਧਵਾ ਦੇ ਉੱਤੇ ਦਇਆ ਕਰਨੀ ਜਿਹੜੇ ਕਿ ਯਤੀਮ ਲੋਕ ਬੱਚੇ ਹੈਗੇ ਉਹਨਾਂ ਦੇ ਦਇਆ ਕਰਨੀ ਉਹਨਾਂ ਦੀ ਰਖਵਾਲੀ ਕਰਨੀ. What else is there? Heavenly wisdom without partiality. I won't say anything about that because we mentioned it before. Did a whole sermon on ਇਹ it. ਜਿਹੜੀ ਗੱਲ ਹੈਗੀ ਆ ਕਿ ਪੱਖਪਾਤ ਤੋਂ ਬਗੈਰ And without hypocrisy. ਇਹ ਹੈਗੀ ਆ ਕਿ So what Kapri he's saying panto is we're hoya. not just acting as Sif- Christians. We are genuine, real, sincere Christians. ਇਹ ਨਹੀਂ ਅਸੀਂ ਦਿਖਾਵੇ ਦੇ ਲਈ ਇਹ ਸਭ ਕੁਝ ਕਰਦੇ ਹੈਗੇ ਆ ਪਰ ਅਸੀਂ ਅਸਲੀ ਵਿਸ਼ਵਾਸੀ ਹੁੰਦੇ ਹੋਏ ਇਹ ਸਭ ਕੁਝ ਕਰਦੇ ਹਾਂ. Brother, sister, if we want harmony in the church of Jesus Christ, if we want harmony in our homes, ਜੇ ਭੈਣੋ ਭਰਾਵੋ ਜੇ ਪ੍ਰਭੂ ਦੀ ਮੰਡਲੀ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਅਸੀਂ ਸ਼ਾਂਤੀ ਚਾਹੁੰਦੇ if ਹੈਗੇ we ਹਾਂ want good relationships, ਜੇ ਅਸੀਂ ਅੱਛਾ ਰਿਸ਼ਤਾ ਰੱਖਣਾ ਚਾਹੁੰਦੇ ਹਾਂ this is what we need, heavenly wisdom. ਫਿਰ ਸਾਨੂੰ ਜਿਹੜੀ ਸਵਰਗੋਂ ਬੁੱਧ ਆਉਂਦੀ ਹੈਗੀ ਆ ਉਹਨੂੰ ਅਸੀਂ ਲਈਏ. And don't wait for others to change. ਇਹ ਨਾ ਵੀ ਇੰਤਜ਼ਾਰ ਕਰੋ ਕਿ ਦੂਸਰੇ ਸਾਨੂੰ We ਅੱਗੇ ਬਦਲਣ। must change first. ਪਹਿਲੀ ਗੱਲ ਹੈ ਕਿ ਅਸੀਂ ਆਪ And as ਬਦਲੀਏ. we change, ਜਿਸ ਵੇਲੇ ਅਸੀਂ ਬਦਲਦੇ we ਹਾਂ may inspire others to ਹੋ change. ਸਕਦਾ ਕਿ ਇਸ ਦੁਆਰਾ ਦੂਸਰਿਆਂ And ਨੂੰ we ਵੀ may ਬਦਲਣਾ ਪਵੇ। inspire others to come to the Lord when they see our conduct. ਜੇ ਅਸੀਂ ਬਦਲਦੇ ਹਾਂ ਦੂਸਰਿਆਂ ਨੂੰ ਬਦਲਦੇ ਹਾਂ ਦੂਸਰੇ ਜਿਹੜੇ ਉਹਨਾਂ ਨੂੰ ਬਦਲਦੇ ਆ ਉਹ ਪ੍ਰਭੂ ਕੋ ਆਉਂਦੇ ਆ. Heavenly wisdom, finally, where does it lead? What does it lead to? ਜਿਹੜੀ ਸਵਰਗੀ ਬੁੱਧ ਹੈਗੀ ਆ ਉਹ ਕਿਸ ਤੱਕ ਪਹੁੰਚਾਉਂਦੀ ਆ. Verse 13 tells us there 13ਵੀਂ ਅਜ ਦੱਸਦੀ ਆ that we are to, it's not just our words, but our conduct that shows wisdom. ਸਿਰਫ ਇਹਨਾਂ ਨਾ ਹੋਵੇ ਕਿ ਬੁੱਧ ਜਿਹੜੀ ਹੈ ਲਫ਼ਜ਼ਾਂ ਦੇ ਦੁਆਰਾ ਪਰ ਜੋ ਅਸੀਂ ਕਰਦੇ ਹੈਗੇ ਉਹਦੇ ਦੁਆਰਾ That is ਦਿਖਾਈ done ਜਾਂਦੀ in meekness of wisdom. ਜਿਹੜੀ ਹੈਗੀ ਹੈ ਨਰਮਾਈ ਬੁੱਧ ਦੇ ਵਿੱਚ ਆਉਂਦੀ. Meekness is not weakness. ਜਿਹੜੀ ਮੀਕ ਨੇ ਕਿ ਨਰਮਾਈ ਜਿਹੜੀ ਹੈ ਕਮਜ਼ੋਰੀ ਨਹੀਂ ਹੈ. Earthly wisdom is simple, ਜਿਹੜੀ ਦੁਨੀਆ ਦੀ ਬੁੱਧ ਹੈਗੀ ਆ ਉਹ ਤਾਂ ਆਸਾਨੀ ਹੈ. isn't it? This is our natural default position. We get bitter, we get angry, we're envious. ਇਹਦੇ ਬੁੱਧ ਦੇ ਵਿੱਚ ਇਹ ਹੈ ਕਿ ਹਾਂ ਕਿ ਕੋਈ ਕੁਝ ਕਵੇ ਤਾਂ ਅਸੀਂ ਉਹਨਾਂ ਨੂੰ ਜਲਨ ਕਰਨ ਲੱਗ ਪੈਂਦੇ ਆ ਅਸੀਂ ਗੁੱਸਾ ਹੋ ਜਾਂਦੇ ਆ. Heavenly wisdom. ਜਿਹੜੀ ਸਵਰਗੀ ਬੁੱਧ ਹੈ Is that easy? ਕਿ ਉਹ ਆਸਾਨ To ਹੈ have pure motives? ਕਿ ਉਹ ਤੁਹਾਡੇ ਜਿਹੜੇ ਪਿੱਛੇ To ਦੇ be ਕੰਮ peaceable? ਕਿ ਅਸੀਂ ਉਹ ਸ਼ਾਂਤੀ ਦੇ ਵਿੱਚ To be ਰਹੀਏ gentle? ਅਸੀਂ ਨਰਮਾਈ ਦੇ ਵਿੱਚ To be ਰਹੀਏ willing to yield? ਹਾਂ ਕਿ ਅਸੀਂ ਨੀਵੇਂ ਹੋਣੇ Full of ਚਾਹੀਦੇ mercy and good fruits? ਹਾਂ ਜ਼ਰੂਰ ਆ ਕਿ ਅਸੀਂ ਦਇਆ ਦੇ ਨਾਲ Without ਤੇ ਫਲ ਦੇ ਨਾਲ partiality? ਕੋਈ ਪੱਖਪਾਤ ਨਹੀਂ ਕਰਦੇ. Sincere? ਹਾਂ ਜ਼ਰੂਰ ਆ ਕਿ ਅਸਲੀਅਤ ਦੇ ਵਿੱਚ ਸੱਚਾਈ ਦੇ ਵਿੱਚ We cannot do these things without Christ. ਮਸੀਹ ਤੋਂ ਬਗੈਰ ਇਹ ਸਾਰੀਆਂ ਗੱਲਾਂ ਅਸੀਂ And we ਨਹੀਂ ਕਰ need to ਸਕਦੇ. cast ourselves upon Him. ਹਾਂ ਜ਼ਰੂਰ ਆ ਕਿ ਅਸੀਂ ਆਪਣੇ ਆਪ ਨੂੰ ਪ੍ਰਭੂ ਦੇ ਉੱਤੇ ਸੱਟੀਏ. And what does it lead to? ਕਿ ਉਹਦੇ ਦੁਆਰਾ ਇਹ Verse ਕਿੱਥੇ ਤੱਕ ਪਹੁੰਚੇ. 18, it leads to peace. 18 ਵਿੱਚ ਦੱਸਿਆ ਕਿ ਇਹ ਸਾਰੀਆਂ ਗੱਲਾਂ Now the ਸਾਨੂੰ fruit ਸ਼ਾਂਤੀ of ਦੇ ਵਿੱਚ righteousness is sown in peace by those who make peace. ਅਤੇ ਧਰਮ ਦਾ ਫਲ ਮੇਲ ਕਰਾਉਣ ਵਾਲਿਆਂ ਤੋਂ ਮੇਲ ਨਾਲ ਬੀਜਿਆ ਜਾਂਦਾ ਹੈ. If you sow selfishness ਜੇ ਤੁਸੀਂ ਸਵਾਰਥੀ ਬੀਜਦੇ ਹੋ and bitterness ਜੇ ਕੜਵਾਪਨ ਬੀਜਦੇ and ਹੋ unforgiveness ਮਾਫੀ ਨਹੀਂ and ਮਾਫੀ there's ਦਿੰਦੇ contentions, ਜੇ ਉੱਥੇ ਬਹੁਤ ਤਣਾਅ ਹੈ you'll have conflict, you'll have confusion. ਫਿਰ ਉੱਥੇ ਜੁਲਝਣ ਹੋਣੀ ਹੈਗੀ ਆ ਫਿਰ You will ਝਗੜੇ suffer ਹੋਣੇ. in your relationships, ਫਿਰ ਤੁਹਾਡਾ ਜਿਹੜਾ ਰਿਸ਼ਤਾ ਹੈਗਾ ਉਹਦੇ ਵਿੱਚ ਨੁਕਸਾਨ with your ਹੁੰਦਾ ਹੈ. mental health ਤੇ ਦਿਮਾਗ ਤੇ ਅਸਰ ਪੈਣਾ and your physical health. ਤੇ ਜਿਹੜੀ ਸਰੀਰ ਦੇ ਵਿੱਚ ਉੱਥੇ But if you have heavenly wisdom in Yes. relationships, ਜੇ ਰਿਸ਼ਤੇ ਦੇ ਵਿੱਚ ਸਵਰਗੀ ਬੁੱਧ ਹੈ you will sow peace ਤੁਸੀਂ ਸ਼ਾਂਤੀ ਬੀਜੋਗੇ and you will reap peace. ਫਿਰ ਤੁਸੀਂ ਸ਼ਾਂਤੀ ਹੀ ਵੱਢੋਗੇ. And even if people are not at peace with us, ਜੇ ਦੂਸਰੇ ਲੋਕੀ ਸਾਡੇ ਨਾਲ ਸ਼ਾਂਤੀ ਨਹੀਂ ਰੱਖਦੇ you'll be at peace with God. ਤੁਸੀਂ ਆਪ ਪਰਮੇਸ਼ਰ ਦੇ ਨਾਲ ਸ਼ਾਂਤੀ ਰੱਖੋ You'll be at peace with others, ਤੇ ਦੂਸਰਿਆਂ ਦੇ ਨਾਲ ਸ਼ਾਂਤੀ ਰੱਖੋ and you'll be at peace with yourself. ਤੇ ਆਪਣੇ ਆਪ ਦੇ ਵਿੱਚ ਤੁਸੀਂ ਸ਼ਾਂਤੀ ਚ ਰਹੋਗੇ. Amen. ਆਮੀਨ. Thank
Thank you for listening to this message. For further information, visit www.emmanuelhansworth.org.uk.